ਸ਼੍ਰੀ ਨਾਨਕ ਪੁਰਸ਼ੋਤਮ ਪਰਮ ਪਰਾਵਰ ਨਾਥ। ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਗੁਰੂ ਨਾਨਕ ਪਾਦ ਪੰਕਜ ਬੰਦਨ, ਪਾਦ ਪੰਕਜ ਬੰਦਨ। ਸਿਮਰੋ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਗੁਰੂ ਅਰਜਨ ਬਿਗਨਨ ਕੇ ਨਾਸਕ, ਬਿਗਨਨ ਕੇ ਨਾਸਕ। ਸ਼੍ਰੀ ਗੁਰੂ ਹਰਗੋਬਿੰਦ ਸੋਭ ਸੁਮਤ ਪ੍ਰਕਾਸਕ। ਗੁਰੂ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦਾਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ, ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ, ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚਉਪਈ। ਸੁਨ ਸੁਨ ਸ਼੍ਰੋਨਨ ਬੈਨਨ ਪਾਦਾ, ਨਿਚ ਚਿਤ ਇਹ ਲਖ ਮੰਤਰਨ ਬਾਦਾ। ਤਿਉ ਤਿਉ ਨੰਬਰ ਹੋਏ ਬਰ ਬਾਨੀ, ਬੂਝਨ ਹੇਤ ਬਦਹੇ ਸੁਖ ਦਾਨੀ। ਸੁਨ ਸੁਨ ਸ਼੍ਰੋਨਨ ਬੈਨਨ ਪਾਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੱਚੇ ਪਾਤਸ਼ਾਹ ਚਵਰ ਛਤਰ ਤਖਤ ਦੇ ਮਾਲਕ, ਜਾਗਦੀ ਜੋਤ, ਪ੍ਰੇਮ ਦੇ ਸਾਗਰ, ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਹਜ਼ੂਰ ਦੀ ਪਰਮ ਦਇਆ ਸਦਕਾ ਸਤਸੰਗਤ ਦੀਆਂ ਸੁਭਾਗ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ ਹਨ। ਸੱਚੇ ਪਾਤਸ਼ਾਹ ਜੀ ਦਾ ਪਵਿੱਤਰ
ਇਤਿਹਾਸ ਗਰੀਬ ਨਵਾਜ ਦੇ ਜੀਵਨ ਦੀ ਲੜੀਵਾਰ ਕਥਾ ਆਓ ਪਿਆਰ ਸ਼ਰਧਾ ਨਾਲ ਸਰਵਣ ਕਰੀਏ। ਚੌਜੀ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਾਂਧਾ ਜੀ ਦੇ ਪ੍ਰਥਾਏ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਮਹਾਰਾਜ ਜੀ ਨੇ ਜਿਸ ਵਕਤ ਲੇਖਾ ਵਿਦਿਆ ਦੇ ਪੜ੍ਹਨ ਦਾ ਉਪਦੇਸ਼ ਦਿੱਤਾ ਕਿ ਕਿਹੜੀ ਵਿਦਿਆ ਦੇ ਪੜ੍ਹਨ ਨਾਲ ਜਮਾਂ ਦੀ ਮਾਰ ਨਹੀਂ ਪੈਂਦੀ, ਲੋਕ ਸੁਖੀ ਹੋ ਜਾਂਦਾ ਹੈ ਪਰ ਲੋਕ ਸੁਹੇਲਾ ਹੋ ਜਾਂਦਾ ਹੈ। ਪਾਂਧਾ ਜੀ ਨੇ ਹੱਥ ਜੋੜ ਕੇ ਸਤਿਗੁਰਾਂ ਜੀ ਦੇ ਕੋਲੋਂ ਜਦੋਂ ਪੁੱਛਿਆ, ਮਹਾਰਾਜ ਜੀ ਨੇ ਫਿਰ ਕਿਰਪਾ ਕਰਕੇ ਇਹ ਉਪਦੇਸ਼ ਬਖਸ਼ਿਆ ਕਿ ਇਹ ਪਾਂਧਾ ਜੀ ਆਪਣੇ ਸਰੀਰ ਦੇ ਅੰਦਰੋਂ ਮੋਹ ਰੂਪੀ ਤੇਲ ਨੂੰ ਸਾੜ ਕੇ ਗੁਰੂ ਜੀ ਦੀ ਗਿਆਨ ਰੂਪੀ ਅਗਨੀ ਦੇ ਨਾਲ ਤੇ ਵਿਸ਼ਿਆਂ ਵਿਕਾਰਾਂ ਦੀ ਲੱਗੀ ਹੋਈ ਬੱਤੀ ਨੂੰ ਵੀ ਜਾਲ ਕਰਕੇ ਸ਼ਰਧਾ ਰੂਪੀ ਸਿਆਹੀ ਪ੍ਰਾਪਤ ਕਰਕੇ ਸ੍ਰੇਸ਼ਟ ਮਤ ਨੂੰ ਕਾਗਜ਼ ਬਣਾ ਕਰਕੇ ਪ੍ਰੇਮ ਦੀ ਕਲਮ ਬਣਾ ਕਰਕੇ ਮਨ ਰੂਪੀ ਹੱਥ ਵਿੱਚ ਪਕੜਾ ਕਰਕੇ ਚਿੱਤ ਨੂੰ ਲਖਾਰੀ ਲਾ ਕਰਕੇ ਗੁਰੂ ਸਾਹਿਬ ਜੀ ਨੂੰ ਪੁੱਛਣਾ ਹੈ। ਪੁੱਛ ਕੇ ਸੱਤ ਤੇ ਅਸੱਤ ਦੀ ਵਿਚਾਰ ਨੂੰ ਲਿਖਣਾ ਹੈ। ਅਸਲ ਆਪਾ ਜੋ ਹੈ ਉਸ ਨੂੰ ਆਪਣੀ ਮੱਤ ਦੇ ਉੱਪਰ ਲਿਖਣਾ ਹੈ। ਗੁਰੂ ਸਾਹਿਬ ਜੀ ਆਪਣਾ ਆਪਾ ਜਣਾ ਦਿੰਦੇ ਹੈ, ਸਰੂਪ ਦੀ ਵਿਚਾਰ ਨੂੰ ਲਿਖਣਾ ਹੈ। ਤੇ ਮਹਾਰਾਜ ਜੀ ਨੇ ਫਿਰ ਕਿਹਾ ਕਿ ਉਸ ਦੇ ਉੱਤੇ ਗੁਰੂ ਸਾਹਿਬ ਜੀ ਲਿਖਾਉਂਦੇ ਹੈ, ਉਹ ਲਿਖੋ ਲਿਖ ਨਾਮ ਸਾਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਫਿਰ ਮਹਾਰਾਜ ਨੇ ਕਿਹਾ ਇਹ ਜੇ ਵਿਦਿਆ ਪੜ੍ਹਨੀ ਸਿੱਖ ਗਏ, ਇਹੋ ਜਿਹਾ ਲੇਖਾ ਲਿਖਣਾ ਜੇ ਸਿੱਖ ਲਿਆ ਤੇ ਫਿਰ ਜਿੱਥੇ ਲੇਖਾ ਮੰਗੀ ਹੈ ਤਿੱਥੇ ਹੋਏ ਸੱਚਾ ਨਿਸ਼ਾਨ। ਉੱਥੇ ਜਪਿਆ ਹੋਇਆ ਸੱਚਾ ਨਾਮ ਪਹਿਚਾਣ ਵਜੋਂ ਕੰਮ ਕਰਦਾ ਹੈ। ਮਹਾਰਾਜ ਫਰਮਾਇਆ ਪਾਂਧਾ ਜੀ ਪਰਲੋਕ ਵਿੱਚ ਜਿੱਥੇ ਕੋਈ ਸਾਥੀ ਨਹੀਂ ਹੁੰਦਾ ਉੱਥੇ ਵਾਹਿਗੁਰੂ ਜੀ ਦਾ ਜਪਿਆ ਹੋਇਆ ਨਾਮ ਛਡਾ ਲੈਂਦਾ ਏ। ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਉਪਦੇਸ਼ ਬਖਸ਼ਿਆ ਪਾਂਧਾ ਜੀ ਹੈਰਾਨ ਹੋ ਗਏ। ਮਨ ਦਾ ਬਹੁਤ ਜਿਹੜਾ ਸੁਭਾਅ, ਮਨ ਦੀ ਪ੍ਰੀਤ ਸਤਿਗੁਰਾਂ ਜੀ ਦੇ ਬਚਨ ਸੁਣਨ ਵਿੱਚ ਹੋਰ ਵਧੀ ਹੈ। ਤੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ, ਪ੍ਰਸ਼ਨ ਕੀਤਾ ਕਿ ਜਿਹੜੇ ਲੋਕ ਭਜਨ ਕਰਦੇ ਹੈ ਉਹ ਮਹਾਰਾਜ ਮੈਂ ਕੰਗਾਲ ਵੇਖੇ ਹੈ, ਉਹਨਾਂ ਨੂੰ ਕੱਪੜਾ ਖਾਣ ਨੂੰ, ਭੋਜਨ ਪਾਉਣ ਨੂੰ ਕੱਪੜਾ ਪ੍ਰਾਪਤ ਹੀ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਫਿਰ ਬਖਸ਼ਿਸ਼ ਕਰਕੇ ਦੱਸਿਆ ਕਿ ਪਾਂਧਾ ਜੀ ਮਨ ਕਰਕੇ ਸਦਾ ਹੀ ਸਦ ਖੁਸ਼ੀਆਂ ਸਦ ਚਾਉ, ਉਹਨਾਂ ਦੇ ਮਨ ਦੇ ਅੰਦਰ ਸਦਾ ਹੀ ਖੁਸ਼ੀਆਂ ਹੁੰਦੀਆਂ, ਸਦਾ ਉਮਾਹ ਹੁੰਦਾ, ਉਤਸ਼ਾਹ ਹੁੰਦਾ ਹੈ। ਜਿਹੜੇ ਜੀਵ ਭਜਨ ਨਹੀਂ ਕਰਦੇ ਕਿੰਨੇ ਸੋਹਣੇ ਵਸਤਰ ਪਾਉਣ, ਕਿੰਨੀਆਂ ਚੰਗੀਆਂ ਚੀਜ਼ਾਂ ਹੰਡਾਉਣ, ਪਦਾਰਥ ਵੀ ਚੰਗੇ ਹੋਣ, ਖਾਣ ਪੀਣ ਨੂੰ ਵੀ ਚੰਗਾ ਸਭ ਕੁਝ ਹੋਵੇ, ਪਰ ਉਹਨਾਂ ਦੇ ਮਨ ਵਿੱਚ ਸਦਾ ਝੋਰਾ ਹੀ ਲੱਗਾ ਰਹਿੰਦਾ ਹੈ। ਗਮੀ ਨਾਲ ਦੁਖੀ ਰਹਿੰਦੇ ਹੈ, ਦੁੱਖ ਦੇ ਸਹਿਤ ਮਰ ਜਾਂਦੇ ਹੈ, ਵਾਸ਼ਨਾ ਦੇ ਬੱਧੇ ਫਿਰ ਜੂਨਾ ਭੋਗਦੇ ਰਹਿੰਦੇ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹੈ ਕਿ ਉਸ ਨੂੰ ਸੁਖੀ ਨਹੀਂ ਕਿਹਾ ਜਾਂਦਾ। ਰੱਬ ਦੇ ਪਿਆਰੇ ਵਾਹਿਗੁਰੂ ਦੀ ਬਣਾਈ ਹੋਈ ਪਰ ਰੱਬ ਦੇ ਸਾਕਰ ਬਣ ਕਰਕੇ ਜਿਹੋ ਜਿਹਾ ਕੋਈ ਖਾਣ ਨੂੰ ਪ੍ਰਾਪਤ ਹੁੰਦਾ ਹੈ ਉਹ ਰੁੱਖਾ ਮਿੱਸਾ ਖਾ ਕੇ ਭਜਨ ਕਰਦੇ ਹੈ। ਜਿਹੋ ਜਿਹਾ ਕੋਈ ਪਹਿਰਨ ਨੂੰ ਪ੍ਰਾਪਤ ਹੋਵੇ ਉਹੋ ਜਿਹੇ ਵਸਤਰ ਪਹਿਰ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹੈ, ਭਜਨ ਵਿੱਚ ਲੱਗੇ ਰਹਿੰਦੇ ਹੈ। ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਸਦਾ ਹੀ ਸੁਖ ਰਹਿੰਦਾ ਹੈ। ਸੱਚੇ ਪਾਤਸ਼ਾਹ ਜੀ ਦੇ ਐਸੇ ਬਚਨ ਸੁਣ ਕੇ ਪਾਂਧਾ ਜੀ ਦਾ ਮਨ ਜਿਹੜਾ ਨਾ ਉਹ ਸਤਿਗੁਰਾਂ ਜੀ ਦੇ ਅਨੁਸਾਰੀ ਹੁੰਦਾ ਜਾ ਰਿਹਾ ਹੈ। ਬਹੁਤ ਹੈਰਾਨ ਹੋ ਰਹੇ ਆ ਪਾਂਧਾ ਜੀ ਸਤਿਗੁਰਾਂ ਜੀ ਦੇ ਸ਼੍ਰੀ ਕੰਠ ਤੋਂ ਬਚਨ ਸੁਣ ਕੇ। ਜਿਵੇਂ ਹੋਰ ਅੱਗੇ ਹੁਣ ਪਾਂਧਾ ਜੀ ਪ੍ਰਸ਼ਨ ਕਰਦੇ ਆ ਹਜੂਰ ਦੇ ਅੱਗੇ, ਤੇ ਸਤਿਗੁਰੂ ਜੀ ਜਿਵੇਂ
ਕੀਤੇ ਹੋਏ ਪ੍ਰਸ਼ਨ ਦਾ ਉੱਤਰ ਦਿੰਦੇ ਆ, ਉਹ ਪਿਆਰ ਨਾਲ ਸਰਵਣ ਕਰੀਏ। ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਕਰਦੇ ਹੋਏ ਆਖੋ ਜੀ ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਸੁਨ ਸੁਨ ਸ਼੍ਰੋਨਨ ਬੈਨਨ ਪਾਦਾ। ਸੱਚੇ ਪਾਤਸ਼ਾਹ ਜੀ ਦੇ ਬਚਨ ਆਪਣੇ ਕੰਨਾਂ ਵਿੱਚ ਸੁਣ ਸੁਣ ਕੇ ਪਾਂਧਾ ਜੀ ਨਿਜ ਚਿਤ ਇਹ ਲਖ ਮੰਤਰਨ ਬਾਦਾ। ਆਪਣੇ ਚਿੱਤ ਨੂੰ ਇੱਕ ਸੱਪ ਦੀ ਤਰ੍ਹਾਂ ਜਾਣ ਕਰਕੇ ਇਉਂ ਸੋਚ ਰਹੇ ਹੈ ਕਿ ਜਿਵੇਂ ਸੱਪ ਨੂੰ ਮੰਤਰਾਂ ਨਾਲ ਬੰਨ੍ਹ ਦਿੱਤਾ ਜਾਂਦਾ ਹੈ, ਇਉਂ ਮੇਰੇ ਮਨ ਰੂਪੀ ਸੱਪ ਨੂੰ ਗੁਰੂ ਸਾਹਿਬ ਦੇ ਬਚਨਾਂ ਰੂਪੀ ਮੰਤਰਾਂ ਨੇ ਬੰਨ੍ਹ ਹੀ ਦਿੱਤਾ ਏ। ਤਿਉ ਤਿਉ ਨਮਰ ਹੋਏ ਬਰਬਾਨੀ। ਜਿਵੇਂ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹੈ, ਤਿਵੇਂ ਤਿਵੇਂ ਪਾਂਧਾ ਜੀ ਨਿਮਰਤਾ ਵਿੱਚ ਆ ਰਹੇ ਹੈ ਤੇ ਬਰ ਸ੍ਰੇਸ਼ਟ ਬਾਣੀ ਜਿਹੜੀ ਹੈ, ਸ੍ਰੇਸ਼ਟ ਬੇਨਤੀ ਆਪਣੇ ਮੁਖ ਤੋਂ ਬਚਨਾਂ ਦੇ ਵਿੱਚ ਬੇਨਤੀਆਂ ਪਾ ਕਰਕੇ ਕਰਦੇ ਆ। ਬੂਝਨ ਹੇਤ ਬਦਹੇ ਸੁਖ ਦਾਨੀ। ਤੇ ਪੁੱਛਣ ਵਾਸਤੇ ਬੋਲੇ ਆ ਪਾਂਧਾ ਜੀ ਸੁੱਖਾਂ ਦੇ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ। ਪਾਤਸ਼ਾਹ ਭੂਪਤ ਇੱਕ ਕੀਤੇ। ਫਿਰ ਮਹਾਰਾਜ ਜੀ ਨੂੰ ਪੁੱਛਿਆ ਹੈ ਕਿ ਮਹਾਰਾਜ ਵੇਖੋ, ਇੱਕ ਪਾਤਸ਼ਾਹ ਜਿਹੜੇ ਰਾਜੇ ਬਣਾਏ ਹਨ, ਚਿਤ ਮਹਿ ਕਬ ਭਗਵੰਤ ਨਾ ਪ੍ਰੀਤੇ। ਉਹਨਾਂ ਦੇ ਚਿੱਤ ਵਿੱਚ ਕਦੇ ਵੀ ਮਹਾਰਾਜ ਪਰਮੇਸ਼ਰ ਦੀ, ਵਾਹਿਗੁਰੂ ਦੀ ਪ੍ਰੀਤ ਨਹੀਂ ਹੁੰਦੀ। ਬਿਲਸਤ ਜਗਤ ਵਿਸਾਲ ਬਿਲਾਸਾ। ਬਹੁਤ ਜ਼ਿਆਦੀ ਉਮਰਾਂ ਉਹਨਾਂ ਦੀ ਬਤੀਤ ਹੋ ਜਾਂਦੀ ਹੈ ਜਗਤ ਵਿੱਚ, ਵਿਸ਼ਿਆਂ ਵਕਾਰਾਂ ਨੂੰ ਭੋਗਦਿਆਂ ਹੋਇਆਂ, ਵਿਸ਼ਿਆਂ ਦੇ ਬਿਲਾਸਾ ਕੌਤਕਾਂ ਨੂੰ, ਕ੍ਰੀੜਾ ਨੂੰ ਕਰਦਿਆਂ ਹੋਇਆਂ। ਹਿਰਦੇ ਨਾ ਕਦੇ ਨਾਮ ਪਰਵਾਸਾ। ਕਦੇ ਵੀ ਹਿਰਦੇ ਵਿੱਚ ਉਹਨਾਂ ਨੇ ਨਾਮ ਦਾ ਭਰੋਸਾ ਨਹੀਂ ਧਾਰਨ ਕੀਤਾ। ਨਿਸਬਾਸੁਰ ਐਸ਼ਨ ਮਹਿ ਐਸੇ। ਰਾਤ ਦਿਨ ਐਸ਼ ਆਰਾਮ ਦੇ ਵਿੱਚ ਇਸ ਤਰ੍ਹਾਂ ਰਹਿੰਦੇ ਐ। ਉਤਪਲ ਮਹਿ ਅਲ ਮਿਲਵਤ ਜੈਸੇ। ਜਿਵੇਂ ਕਮਲ ਫੁੱਲ ਦੇ ਅੰਦਰ ਅਲ ਜਿਹੜਾ ਭੌਰਾ ਹੈ ਉਹ ਮਿਲਿਆ ਰਹਿੰਦਾ ਹੈ ਨਾ, ਇਵੇਂ ਐਸ਼ਾਂ ਦੇ ਵਿੱਚ, ਵਿਸ਼ੇ ਸੁੱਖਾਂ ਦੇ ਵਿੱਚ ਸਦਾ ਹੀ ਫਸੇ ਰਹਿੰਦੇ ਆ, ਜਿਵੇਂ ਕਮਲ ਫੁੱਲ ਵਿੱਚ ਭੌਰਾ ਜਿਹੜਾ ਮਸਤ ਰਹਿੰਦਾ ਏ। ਅੰਤ ਸਮਾਂ ਨਹਿ ਸਿਮਰਹਿ ਸੋ। ਕਦੇ ਵੀ ਆਪਣੇ ਅੰਤ ਦੇ ਸਮੇਂ ਨੂੰ, ਮੌਤ ਦੇ ਸਮੇਂ ਨੂੰ ਉਹ ਨਹੀਂ ਸਿਮਰਦੇ, ਚੇਤੇ ਹੀ ਨਹੀਂ ਕਰਦੇ। ਜਿਉ ਅਗ ਲਖਤ ਨਾ ਲੋਲਪ ਕੋ। ਜਿਵੇਂ ਲੰਪਟ ਹੁੰਦਾ ਕੋਈ ਵਿਕਾਰਾਂ ਦੇ ਅੰਦਰ ਤੇ ਉਹ ਇਸ ਨੂੰ ਅੱਗ ਪਾਪ ਨਹੀਂ ਲਖਦਾ, ਨਹੀਂ ਜਾਣਦਾ। ਇਸ ਤਰ੍ਹਾਂ ਬਹੁਤ ਸਾਰਾ ਵਿਸ਼ਿਆਂ ਵਿਕਾਰਾਂ ਦੇ ਅੰਦਰ ਹੀ ਲੰਪਟ ਰਹਿੰਦੇ ਐ ਤੇ ਕਦੇ ਇਹਨਾਂ ਨੂੰ ਪਾਪ ਨਹੀਂ ਮੰਨਦੇ, ਇਹਨਾਂ ਦੇ ਭੋਗਣ ਨੂੰ। ਦੋਹਰਾ ਜਿਨ ਦੀਨੋ ਤਨ ਮਨ ਧਨੰ। ਜਿਸ ਨੇ ਆਪਣਾ ਤਨ ਮਨ ਤੇ ਧਨ ਦੇ ਦਿੱਤਾ ਏ, ਤਿਸ ਤੇ ਅਸ ਅਨਜਾਨ। ਸੋ ਇਸ ਪ੍ਰਕਾਰ ਫਿਰ ਪੜੋ। ਦੋਹਰਾ ਜਿਨ ਦੀਨੋ ਤਨ ਮਨ ਧਨੰ। ਜਿਸ ਪਰਮੇਸ਼ਰ ਨੇ ਤਨ ਦਿੱਤਾ ਹੈ, ਮਨ ਸੂਖਸ਼ਮ ਸਰੀਰ ਦਿੱਤਾ ਹੈ, ਧਨ ਦਿੱਤਾ ਵਰਤਣ ਵਾਸਤੇ, ਤਿਸ ਤੇ ਅਸ ਅਨਜਾਨ। ਇਹੋ ਜਿਹੇ ਇਹ ਰਾਜੇ ਜਿਹੜੇ ਵੱਡੇ ਬਣਾਏ ਆ ਪਾਤਸ਼ਾਹ, ਉਹ ਬੜੇ ਅਣਜਾਣ ਹਨ, ਵਾਹਿਗੁਰੂ ਦੇ ਨਾਮ ਤੋਂ ਇਹ ਭੁੱਲੇ ਰਹਿੰਦੇ ਆ। ਦਾਦੁਰ ਕਰਦਮ ਮਦ ਮਿਲ। ਜਿਵੇਂ ਦਾਦੁਰ ਡੱਡੂ ਸਦਾ ਚਿੱਕੜ ਦੇ ਵਿੱਚ ਹੀ ਮਿਲਿਆ ਰਹਿੰਦਾ ਏ। ਕੀਮ ਨਾ ਕਮਲ ਪਛਾਨ। ਤੇ ਕਮਲ ਦੀ ਫੁੱਲ ਦੀ ਕੀਮਤ ਨਹੀਂ ਪਛਾਣਦਾ ਹੈ। ਇਸੇ ਤਰ੍ਹਾਂ ਇਹ ਰਾਜੇ ਜਿਹੜੇ ਆ ਵਿਕਾਰਾਂ ਵਿੱਚ ਸਦਾ ਲੱਗੇ ਰਹਿੰਦੇ ਆ, ਭੋਗਾਂ ਨੂੰ ਭੋਗਣ 'ਚ ਹੀ ਸਦਾ ਫਸੇ ਰਹਿੰਦੇ ਆ, ਵਿਸ਼ੇ ਆਨੰਦ ਰੂਪੀ ਚਿੱਕੜ 'ਚ ਡੱਡੂ ਵਾਂਗੂ ਮਿਲੇ ਰਹਿੰਦੇ ਆ ਤੇ ਕਮਲ ਦੀ ਨਿਆਈ ਜੋ ਪਰਮੇਸ਼ਰ ਦਾ ਨਾਮ ਹੈ ਉਸ ਦੀ ਕੀਮਤ ਨੂੰ ਨਹੀਂ ਜਾਣਦੇ। ਚੌਪਈ
ਬਿਸਰੈ ਬੈਸ ਬਿਹਾਵਹਿ ਸਭ ਹੀ। ਸਾਰੀ ਉਮਰ ਹੀ ਵਾਹਿਗੁਰੂ ਨੂੰ ਵਿਸਾਰਿਆਂ ਹੋਇਆਂ ਲੰਘ ਜਾਂਦੀ ਹੈ ਨਾਮ ਨ ਚਿਤ ਮਹਿ ਚਿਤਵਿਓ ਕਬ ਹੀ। ਤੇ ਨਾਮ ਨੂੰ ਕਦੇ ਵੀ ਆਪਣੇ ਚਿੱਤ ਵਿੱਚ ਚਿਤਵਦੇ ਤੱਕ ਨਹੀਂ, ਪਰਮੇਸ਼ਰ ਦੇ ਨਾਮ ਦਾ ਭਜਨ ਨਹੀਂ ਕਰਦੇ। ਸੁਖ ਸੋ ਬਿਸਵ ਬਸਹਿ ਬਸ ਸੇਤੀ। ਤੇ ਸੰਸਾਰ ਦੇ ਅੰਦਰ ਵਿਸ਼ੇ ਸੁੱਖਾਂ ਦੇ ਵਿੱਚ ਫਸੇ ਹੋਏ ਬੜੇ ਆਨੰਦ ਦੇ ਨਾਲ ਰਹਿੰਦੇ ਆ। ਫਿਰ ਪੜੋ ਸੁਖ ਸੋ ਬਿਸਵ ਬਸਹਿ ਬਸ ਸੇਤੀ। ਤੇ ਇਸ ਪ੍ਰਕਾਰ ਵਸਦੇ ਹਨ ਵਿਸ਼ਿਆਂ ਵਿਕਾਰਾਂ ਵਿੱਚ ਫਸੇ ਹੋਏ ਵਿਸ਼ਵ ਸੰਸਾਰ ਦੇ ਅੰਦਰ। ਹਿਰਦੇ ਕਦਾ ਚਿਤ ਸੁਧ ਨਾ ਅਗੇਤੀ। ਤੇ ਕਦੇ ਵੀ ਇਹਨਾਂ ਨੂੰ ਅਗੇਤੀ ਅਗਲੀ ਜਿਹੜੀ ਹੈ ਨਾ ਪਰਲੋਕ ਦੀ, ਉਹ ਕਦਾ ਵੀ ਥੋੜੀ ਵੀ ਖਬਰ ਨਹੀਂ ਹੈ ਕਿ ਪਰਲੋਕ ਵਿੱਚ ਕੀ ਹੋਵੇਗਾ। ਇਹ ਸਥਾਨ ਕੈਸੇ ਸੁਖ ਪਾਵਹਿ। ਇਹ ਪ੍ਰਸ਼ਨ ਹੈ ਪਾਂਧਾ ਜੀ ਦਾ ਹੁਣ ਕਿ ਮਹਾਰਾਜ ਵੇਖੋ ਉਹ ਜਿਹੜੇ ਰਾਜੇ ਲੋਕ ਹੈ ਇਸ ਅਸਥਾਨ ਤੇ ਭਾਵ ਸੰਸਾਰ ਵਿੱਚ ਕੈਸੇ ਸੁਖ ਪਾਵਹਿ। ਉਹ ਕਿਸ ਤਰ੍ਹਾਂ ਫਿਰ ਸੁਖ ਪਾਉਂਦੇ ਆ, ਬੜੀਆਂ ਮੌਜਾਂ ਉਡਾਉਂਦੇ ਆ, ਬੜਾ ਆਨੰਦ ਕਰਦੇ ਆ। ਉਹ ਤਾਂ ਕਹਿੰਦੇ ਆ ਕਿ ਜ਼ਿੰਦਗੀ ਇਹੋ ਹੈ। ਜਿਵੇਂ ਰਾਜੇ ਲੋਕ ਹੈ ਉਹ ਫਿਰ ਕੀ ਕਰਦੇ ਆ, ਪਾਪ ਕਰਮ ਵਿੱਚ ਲੱਗੇ ਰਹਿੰਦੇ ਆ, ਰਾਜ ਸਥਿਰ ਰੱਖਣ ਵਿੱਚ ਲੱਗੇ ਰਹਿੰਦੇ ਆ, ਵਿਸ਼ੇ ਵਿਕਾਰਾਂ ਵਿੱਚ ਜੁੜੇ ਰਹਿੰਦੇ ਆ। ਤੇ ਪਾਂਧਾ ਜੀ ਕਹਿੰਦੇ ਮਹਾਰਾਜ ਉਹ ਇਸ ਤਰ੍ਹਾਂ ਇਸ ਧਰਤੀ ਤੇ ਇਸ ਸੰਸਾਰ ਦੇ ਵਿੱਚ ਕਿਸ ਤਰ੍ਹਾਂ ਫਿਰ ਸੁੱਖ ਪਾਉਂਦੇ ਆ, ਬੜਾ ਆਨੰਦ ਮਾਣਦੇ ਆ। ਕੋ ਬਿਦ ਹੋਤ ਅਗਾਰੀ ਜਾਵਹਿ। ਤੇ ਉਹਨਾਂ ਦੇ ਨਾਲ ਮਹਾਰਾਜ ਕਿਸ ਤਰੀਕੇ ਨਾਲ ਵਰਤਾਰਾ ਵਰਤਦਾ ਜਦੋਂ ਮਰ ਕੇ ਸਰੀਰ ਛੱਡ ਕੇ ਫਿਰ ਉਹ ਅੱਗੇ ਪਰਲੋਕ ਵਿੱਚ ਜਾਂਦੇ ਆ। ਮਹਾਰਾਜ ਅੱਗੇ ਕਿਵੇਂ ਉਹਨਾਂ ਨਾਲ ਵਰਤਦਾ। ਇਹ ਤਾਂ ਥੋੜੇ ਥੋੜੇ ਜੀਵ ਕੋਈ ਪਾਪ ਕਰਦੇ ਆ ਤਾਂ ਉਹ ਤਾਂ ਡਰਦੇ ਫਿਰਦੇ ਆ। ਉਹ ਤਾਂ ਮਹਾਰਾਜ ਰਾਜੇ ਤਾਂ ਪਾਪ ਹੀ ਇੰਨਾ ਕਰਦੇ ਆ ਕਿ ਉਹਨਾਂ ਨੂੰ ਕੋਈ ਭੈ ਨਹੀਂ ਮਨ ਦੇ ਅੰਦਰ, ਅਗਲੀ ਕੋਈ ਖਬਰ ਹੀ ਨਹੀਂ ਉਹਨਾਂ ਨੂੰ ਹੈ। ਤੇ ਵਿਸ਼ਿਆਂ ਵਿਕਾਰਾਂ ਵਿੱਚ ਹੀ ਸਦਾ ਲੱਗੇ ਰਹਿੰਦੇ ਆ, ਇੱਥੇ ਹੀ ਮੌਜਾਂ ਮਾਣਦੇ ਆ। ਉਹ ਮਹਾਰਾਜ ਇੰਨੇ ਸੁਖੀ ਫਿਰ ਇੱਥੇ ਕਿਉਂ ਹਨ। ਤੇ ਪਰਲੋਕ ਵਿੱਚ ਜਦੋਂ ਜਾਂਦੇ ਆ ਉਦੋਂ ਮਹਾਰਾਜ ਉਹਨਾਂ ਦਾ ਅੱਗੇ ਕੀ ਹਾਲ ਹੁੰਦਾ ਏ, ਇਹ ਕਿਰਪਾ ਕਰਕੇ ਦੱਸੋ। ਹਿਰਦੈ ਸੰਦੇਹ ਭਏ ਮੁਝ ਦੋ। ਇਹ ਦੋ ਸੰਦੇਹ ਜਿਹੜੇ ਆ ਨਾ, ਸ਼ੰਕੇ, ਇਹ ਮੇਰੇ ਮਨ ਵਿੱਚ ਹੋਏ ਐ। ਪਾਂਧਾ ਜੀ ਨੇ ਮਹਾਰਾਜ ਦੇ ਤਾਈਂ ਪੁੱਛਿਆ ਹੈ। ਜਿਹੜਾ ਉੱਤਮ ਅਧਿਕਾਰੀ ਹੁੰਦਾ ਨਾ ਉਹਦੇ ਅੰਦਰ ਹੀ ਜਗਿਆਸਾ ਜਾਗਦੀ ਤੇ ਪੁੱਛ ਲੈਂਦਾ ਹੈ ਤੇ ਫਿਰ ਤਾਂ ਹੀ ਉੱਤਮ ਅਧਿਕਾਰੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਤੇ ਜੇ ਕਰਕੇ ਮਨ ਦੇ ਅੰਦਰ ਸ਼ੰਕਾ ਨਿਵਰਤ ਕਰਨ ਲਈ ਪੁੱਛੇ ਨਾ ਤੇ ਫਿਰ ਉਸ ਦੇ ਸ਼ੰਕੇ ਦੀ ਨਿਵਰਤੀ ਨਹੀਂ ਹੁੰਦੀ। ਪਾਂਧਾ ਜੀ ਨੇ ਪੁੱਛ ਲਿਆ, ਸੱਚੇ ਪਾਤਸ਼ਾਹ ਕਿਰਪਾ ਕਰਕੇ ਦੱਸੋ ਕਿ ਐਸੇ ਵਿਸ਼ਈ ਲੋਕ ਇੱਥੇ ਸੁਖੀ ਕਿਵੇਂ ਰਹਿੰਦੇ ਆ ਫਿਰ, ਤੇ ਪਰਲੋਕ ਵਿੱਚ ਅੱਗੇ ਜਾ ਕੇ ਉਹਨਾਂ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ, ਇਹ ਮੇਰੇ ਮਨ ਦਾ ਸ਼ੰਕਾ ਹੈ, ਦੱਸੋ। ਉੱਤਰ ਦੇਹੋ ਦਇਆ ਨਿਧ ਸੋ। ਇਹ ਦਇਆ ਦੇ ਘਰ ਗੁਰੂ ਨਾਨਕ ਸਾਹਿਬ ਕਿਰਪਾ ਕਰਕੇ ਇਹ ਉੱਤਰ ਮਹਾਰਾਜ ਦੇਵੋ ਜੀ। ਅਸ ਸੁਨ ਕਰ ਉਤਪਲ ਦਲ ਲੋਚਨ। ਕਮਲ ਸ਼੍ਰੀ ਕੇ ਨੇਤਰਾਂ ਵਰਗੇ, ਜਿਹੜੇ ਦਲ ਕਹਿੰਦੇ ਐ ਪੱਤਿਆਂ ਨੂੰ, ਕਮਲ ਫੁੱਲ ਦੀਆਂ ਪੰਖੜੀਆਂ ਵਰਗੇ ਚੌੜੇ ਸੋਹਣੇ ਨੇਤਰਾਂ ਵਾਲੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ। ਉਚਰੇ ਬਚਨ ਰੁਚਰ ਦੁਖ ਮੋਚਨ। ਦੁੱਖਾਂ ਨੂੰ ਕੱਟਣ ਵਾਲੇ ਸੁੰਦਰ ਬਚਨ ਸੱਚੇ ਪਾਤਸ਼ਾਹ ਨੇ ਆਪਣੀ ਸ਼੍ਰੀ ਕੰਠ ਤੋਂ ਉਚਾਰਨ ਕੀਤੇ। ਜਗਤ ਪਦਾਰਥ ਹਿਤ ਬੈਰਾਗਾ। ਜਗਤ ਦੇ ਪਦਾਰਥਾਂ ਵਿੱਚ ਬੈਰਾਗ ਪੈਦਾ ਹੋ ਜਾਵੇ, ਐਸੇ ਸਤਿਗੁਰੂ ਜੀ ਆਪਣੇ ਸ਼੍ਰੀ ਕੰਠ ਤੋਂ ਅੰਮ੍ਰਿਤ ਬਚਨ ਕਹਿਣ ਲੱਗੇ ਐ। ਤ੍ਰਿਤੀਯ ਸ਼ਬਦ ਪਦ ਲਖਤ ਸੁਭਾਗਾ। ਇਹ ਸ਼ਬਦ ਦਾ ਤ੍ਰਿਤੀਆ ਭਾਵ ਤੀਸਰਾ ਪਦ ਜਿਹੜਾ ਹੈ ਨਾ, ਬਹੁਤ ਸੁੰਦਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਪਣੇ ਸ਼੍ਰੀ ਕੰਠ ਤੋਂ ਉਚਾਰਿਆ ਏ। ਸ੍ਰੀ ਮੁਖ ਵਾਕ ਇਕ ਆਵਹਿ ਇਕ ਜਾਹੇ ਉਠ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਪਾਂਧਾ ਜੀ, ਇਹ ਜਿਹੜੇ ਰਾਜੇ ਤੁਹਾਨੂੰ ਇੱਥੇ ਦਿਸਦੇ ਐ, ਇਹ ਤਾਂ ਜਿਵੇਂ ਖੂਹ ਦੀਆਂ ਟਿੰਡਾਂ ਵਗਦੀਆਂ ਨਾ, ਇਸ ਤਰ੍ਹਾਂ ਸੰਸਾਰ ਦੀ ਸਾਰੀ ਗਤੀ ਚੱਲ ਰਹੀ ਹੈ। ਇੱਕ ਵਾਸ਼ਨਾ ਦੇ ਬੱਧੇ ਹੋਏ ਸੰਸਾਰ ਦੇ ਅੰਦਰ ਆਉਂਦੇ ਐ, ਪੁੰਨ ਜਿਹੜੇ ਹੁੰਦੇ ਐ, ਪੁੰਨਾਂ ਨੂੰ ਫਿਰ ਇੱਥੇ ਭੋਗ ਲੈਂਦੇ ਐ, ਤੇ ਫਿਰ ਜਦੋਂ ਪੁੰਨ ਖਤਮ ਹੋ ਜਾਂਦੇ ਐ, ਵਿਕਾਰਾਂ ਨੂੰ ਭੋਗ ਭੋਗ ਕਰਕੇ ਪਾਪਾਂ ਦੀ ਪੰਡ ਭਾਰੀ ਕਰ ਲੈਂਦੇ ਐ,
ਤੇ ਫਿਰ ਮਰ ਕੇ ਉੱਠ ਜਾਂਦੇ ਇਥੋਂ। ਇੱਕ ਆਵਹਿ, ਇੱਕ ਜਾਹੇ ਉੱਠ, ਇੱਕ ਆ ਰਹੇ ਹੈ, ਇੱਕ ਇਥੋਂ ਮਰ ਮਰ ਕੇ ਉੱਠਦੇ ਜਾ ਰਹੇ ਸੰਸਾਰ ਤੋਂ। ਰਖੀਏ ਨਾਮ ਸਲਾਰ, ਕੇਵਲ ਉਹਨਾਂ ਦਾ ਨਾਮ ਹੀ ਰੱਖਿਆ ਹੋਇਆ ਸਲਾਰ ਸਰਕਾਰ, ਨਾਮ ਹੀ ਰੱਖਿਆ ਹੋਇਆ ਪਾਤਸ਼ਾਹ, ਫਲਾਨਾ ਨਵਾਬ, ਸੁਲਤਾਨ, ਇਹ ਕੇਵਲ ਨਾਮ ਹੀ ਰੱਖੇ ਹੋਏ ਆ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ। ਹੋਰ ਕੋਈ ਉਹਨਾਂ ਵਿੱਚ ਜਿਹੜੀ ਆ ਉਹ ਸ਼ਕਤੀ ਨਹੀਂ ਹੈ ਸਦਾ ਅਮਰ ਰਹਿਣ ਦੀ। ਉਹ ਆ ਰਹੇ ਹੈ ਸੰਸਾਰ ਚੋਂ ਮਰ ਮਰ ਕੇ ਜਾ ਰਹੇ ਹੈ, ਭੁਲੇਖੇ ਵਿੱਚ ਹਨ ਕਿ ਇਹ ਰਾਜ ਸਦਾ ਰਹੇਗਾ। ਮਹਾਰਾਜ ਕਹਿੰਦੇ ਨਾ ਸਰੀਰ ਸਦਾ ਰਹਿਣਗੇ, ਨਾ ਇਹ ਰਾਜ ਭਾਗ ਸਦਾ ਰਹਿਣਗੇ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਪ੍ਰਣਾਮ ਭਾਵ ਨੂੰ ਪ੍ਰਾਪਤ ਹੁੰਦੀਆਂ, ਸੰਸਾਰ ਦਾ ਨਿਯਮ ਹੀ ਇਹ ਹੈ। ਪਰ ਭੁਲੇਖੇ ਵਿੱਚ ਫਸ ਕਰਕੇ ਜਿਹੜੇ ਆ ਨਾ ਉਹ ਜ਼ੁਲਮ ਕਰਦੇ ਆ ਰਾਜੇ ਲੋਕ। ਮਹਾਰਾਜ ਕਹਿੰਦੇ ਆਉਂਦੇ ਆ ਤੇ ਪੁੰਨਾਂ ਦਾ ਕਰਕੇ ਰਾਜ ਭਾਗ ਪ੍ਰਾਪਤ ਹੁੰਦਾ ਹੈ, ਮਰ ਮਰ ਕੇ ਉੱਠ ਉੱਠ ਕੇ ਸੰਸਾਰ ਤੋਂ ਫਿਰ ਚਲੇ ਜਾਂਦੇ ਆ। ਕੇਵਲ ਉਹਨਾਂ ਦਾ ਨਾਮ ਹੀ ਸਰਕਾਰ ਰੱਖਿਆ, ਸਲਾਰ ਦਾ ਅਰਥ ਹੈ ਸਰਕਾਰ। ਤੇ ਵੱਡਾ ਨਾਮ ਜਿਵੇਂ ਸੁਲਤਾਨ, ਕੋਈ ਆਪਣਾ ਨਾਮ ਹੀ ਜਿਵੇਂ ਵੱਡਾ ਧਰਾ ਲਵੇ, ਬਹੁਤਾ ਸਭ ਦਾ ਆਗੂ ਬਣ ਕਰਕੇ। ਮਹਾਰਾਜ ਕਹਿੰਦੇ ਨਾਮ ਹੀ ਕੇਵਲ ਰਖਾਏ ਹੋਏ ਐ। ਇੱਕ ਉਪਾਏ ਮੰਗਤੇ, ਇੱਕ ਵਾਹਿਗੁਰੂ ਦੀ ਐਸੀ ਕੁਦਰਤ ਵੈ ਕਿ ਜਿਨ੍ਹਾਂ ਜਿਹੜੇ ਪੁੰਨ ਤੋਂ ਹੀਣੇ ਐ ਉਹ ਮੰਗਤੇ ਰੂਪ ਵਿੱਚ ਉਪਾਏ ਪੈਦਾ ਕੀਤੇ ਐ। ਇੱਕ ਨਾ ਵੱਡੇ ਦਰਬਾਰ, ਇੱਕ ਇਹੋ ਜੇ ਵੱਡੇ ਬਣਾਏ ਐ ਕਿ ਉਹਨਾਂ ਦੇ ਦਰਬਾਰ ਕਚਹਿਰੀਆਂ ਲੱਗਦੀਆਂ, ਬੜੇ ਉੱਚੇ ਥਾਵਾਂ ਤੇ ਬੈਠਦੇ ਆ, ਵਿਸ਼ੇਸ਼ ਹੀ ਕੁਰਸੀਆਂ ਹੁੰਦੀਆਂ, ਵਿਸ਼ੇਸ਼ ਹੀ ਉਹਨਾਂ ਦੇ ਥਾਂ ਹੁੰਦੇ ਆ ਬੈਠਣ ਦੇ, ਉਹਨਾਂ ਦੇ ਵੱਡੇ ਦਰਬਾਰ ਲੱਗਦੇ, ਵੱਡੀਆਂ ਕਚਹਿਰੀਆਂ ਲੱਗਦੀਆਂ ਨੇ। ਅੱਗੇ ਗਿਆ ਜਾਣੀਏ, ਪਰ ਅੱਗੇ ਮਹਾਰਾਜ ਕਹਿੰਦੇ ਜਦੋਂ ਪਰਲੋਕ ਵਿੱਚ ਜਾਣਗੇ ਨਾ, ਸਰੀਰ ਨੂੰ ਛੱਡ ਕਰਕੇ ਇਸ ਧਰਤੀ ਤੋਂ ਮਾਤ ਲੋਕ ਤੋਂ, ਫਿਰ ਅੱਗੇ ਗਏ ਹੋਏ ਜਾਣੇ ਜਾਣਗੇ, ਸਿਆਣੇ ਜਾਣਗੇ। ਵਿਣ ਨਾਵੈ ਵੇਕਾਰ, ਕਿ ਨਾਮ ਤੋਂ ਬਿਨਾਂ ਸਭ ਨਿਕੰਮੇ ਹੀ ਕੰਮ ਕਰਦੇ ਆਏ, ਨਾਮ ਤੋਂ ਬਿਨਾਂ ਸਭ ਬੇਕਾਰ ਹੀ ਬੇਕਾਰ ਹੈ। ਹੋਰ ਕੋਈ ਚੀਜ਼ ਵੀ ਪਰਲੋਕ ਵਿੱਚ ਕੰਮ ਨਹੀਂ ਆਉਂਦੀ। ਫਿਰ ਉੱਥੇ ਜਾ ਕਰਕੇ ਪਛਤਾਵਾ ਲੱਗਦਾ ਹੈ, ਫਿਰ ਉੱਥੇ ਜਾ ਕਰਕੇ ਝੂਰਦੇ ਹੈ। ਇਸ ਪ੍ਰਕਾਰ ਨਾਮ ਤੋਂ ਬਿਨਾਂ ਸਭ ਮਹਾਰਾਜ ਕਹਿੰਦੇ ਬੇਕਾਰ ਹੀ ਹੈ, ਸਭ ਨਿਕੰਮਾ ਹੀ ਹੈ। ਜਿੰਨਾ ਜਿਹੜਾ ਹੈ ਆਲਾ ਦੁਆਲਾ ਜੋ ਵੀ ਮਹਾਰਾਜ ਕਹਿੰਦੇ ਜੰਜਾਲ ਹੈ, ਸਭ ਨਿਕੰਮੇ ਹਨ ਨਾਮ ਤੋਂ ਬਿਨਾਂ। ਨਾਮ ਕਰਕੇ ਹੀ ਸਭ ਕੁਝ ਸਫਲਾ ਹੁੰਦਾ ਏ। ਦੋਹਰਾ ਤਪ ਕੀਏ ਜਿਨਹਿ ਸਬਾਸਨਾ, ਹੁਣ ਇਹਦਾ ਵਿਸਥਾਰ ਜਿਹੜਾ ਹੈ ਸ਼ਬਦ ਦੇ ਉਪਦੇਸ਼ ਦਾ, ਉਹ ਕਵੀਰਾਜ ਕਹਿੰਦੇ ਐ ਜਿਵੇਂ ਸੱਚੇ ਪਾਤਸ਼ਾਹ ਜੀ ਮਹਾਰਾਜ ਪਾਂਧਾ ਜੀ ਨੂੰ ਸਿੱਖਿਆ ਦ੍ਰਿੜਾ ਰਹੇ ਹਨ। ਤਪ ਕੀਏ ਜਿਨਹਿ ਸਬਾਸਨਾ, ਮਹਾਰਾਜ ਕਹਿੰਦੇ ਜਿਨ੍ਹਾਂ ਨੇ ਸਹਿਤ ਵਾਸ਼ਨਾ ਦੇ ਪਾਂਧਾ ਜੀ ਤਪ ਕੀਤਾ ਸੰਸਾਰ ਦੇ ਅੰਦਰ, ਜਨਮ ਅਨੰਤ ਧਰ ਸੋਏ, ਉਹ ਹੋਰ ਜਨਮ ਫਿਰ ਧਾਰਦੇ ਐ ਸੰਸਾਰ ਦੇ ਅੰਦਰ। ਪਾਏ ਰਾਜ ਜਗ ਬਿਖੈ ਫਸ, ਤੇ ਰਾਜ ਪਾ ਕਰਕੇ ਫਿਰ ਜਗਤ ਵਿੱਚ ਵਿਸ਼ਿਆਂ ਵਿੱਚ ਆ ਕਰਕੇ ਫਸ ਜਾਂਦੇ ਐ। ਤਪੋਂ ਰਾਜ ਤੇ ਰਾਜੋਂ ਫਿਰ ਨਰਕ, ਕਿਉਂਕਿ ਵਿਸ਼ੇ ਜਿਹੜੇ ਆ ਨਰਕਾਂ ਨੂੰ ਲੈ ਕੇ ਜਾਂਦੇ ਆ। ਫਿਰ ਕੀ ਆ, ਪਰ ਇਸਤਰੀ ਦਾ ਗਮਨ ਕਰਨਾ, ਹੋਰ ਕੁਕਰਮ ਕਰਨੇ, ਜਿੰਨੇ ਇਹ ਰਾਜਿਆਂ ਨੂੰ ਐਬ ਲੱਗ ਜਾਂਦੇ ਆ, ਕਿਉਂਕਿ ਐਸੋ ਇਸ਼ਰਤ ਵਿੱਚ ਫਸੇ ਹੋਏ ਹੀ ਜਿਹੜੇ ਆ ਇਹ ਜ਼ੁਲਮ ਕਰਦੇ ਆ। ਇਹਨਾਂ ਕਿਹੜਾ ਭਜਨ ਵਿੱਚ ਸੁਰਤ ਜੋੜਨੀ ਹੈ ਕਿ ਧਰਮ ਦਾ ਨਿਆਂ ਕਰ ਸਕਣ, ਕੋਈ ਚੰਗਾ ਪ੍ਰਜਾ ਨੂੰ ਰਾਜ ਦੇ ਸਕਣ। ਅਤ ਵਕਾਰੀ ਵਿਭਚਾਰੀ ਹੁੰਦੇ ਐ, ਇਸ ਕਰਕੇ ਇਹ ਆਪਣੀ ਪ੍ਰਜਾ ਨੂੰ ਵੀ ਦੁਖੀ ਕਰਦੇ। ਜਿਵੇਂ ਹੁਣ ਭਾਰਤ ਦੀ ਦਸ਼ਾ ਇਹੋ ਜਿਹੀ ਆ, ਹਾਲਤ ਇਹੋ ਜਿਹੀ ਹੋ ਰਹੀ ਹੈ ਕਿ ਕਿਸਾਨ ਆਪਣੀਆਂ ਜ਼ਮੀਨਾਂ ਨੂੰ ਬਚਾਉਣ ਵਾਸਤੇ ਹੀ ਆਪਣੇ ਹੱਕਾਂ ਵਾਸਤੇ ਸੜਕਾਂ ਦੇ ਉੱਤੇ ਉਤਰੇ ਹੋਏ ਐ, ਤੇ ਪਰ ਫਿਰ ਵੀ ਜ਼ਾਲਮ ਹਕੂਮਤ ਦੇ ਕੰਨ ਤੇ ਜੂੰ ਤੱਕ ਨਹੀਂ ਸਰਕ ਰਹੀ, ਇਹੋ ਜਿਹੀ ਹਾਲਤ ਹੋਈ ਪਈ ਐ। ਨਰਕ ਗਮਨ ਪੁਨ ਹੋਏ, ਫਿਰ ਮਹਾਰਾਜ ਕਹਿੰਦੇ ਜਦੋਂ ਇੱਥੇ ਆ ਕਰਕੇ ਵਿਸ਼ੇ ਵਿਕਾਰਾਂ ਵਿੱਚ ਫਸੇ ਰਹਿੰਦੇ ਐ, ਪੁੰਨ ਸਾਰੇ ਖਾ ਜਾਂਦੇ ਐ, ਮੁੜ ਕੇ ਨਰਕਾਂ ਵਿੱਚ ਉਹਨਾਂ ਨੂੰ ਜਾਣਾ ਪੈਂਦਾ ਏ। ਜਾਉ ਪਈ ਪਾਤਸ਼ਾਹ ਰੱਖੀਏ ਇੱਕ ਨਾਮ, ਕੇਵਲ ਨਾਮ ਹੀ ਮਹਾਰਾਜ ਕਹਿੰਦੇ ਇੱਕ ਨਾਂ ਦੇ ਪਾਤਸ਼ਾਹ ਰੱਖੇ ਹੋਏ ਐ। ਜਿਵੇਂ ਨਰੰਗੇ ਦੀ ਹਾਲਤ ਜਿਹੜੀ ਸੀ, ਉਹ ਗੁਰੂ ਹਰਿਰਾਏ ਸਾਹਿਬ ਜੀ ਮਹਾਰਾਜ ਨੇ ਨਰੰਗੇ ਦੇ ਸ਼ੰਕਾ ਕਰਨ ਤੋਂ ਇਹਦੇ ਅਮੀਰਾਂ ਵਜ਼ੀਰਾਂ ਨੂੰ ਦੱਸ ਦਿੱਤਾ ਸੀ ਕਿ ਚੇਤੇ ਕਰਕੇ ਸੌਵੇਂ, ਜਦੋਂ ਦਾਰਾ ਸ਼ਕੋਹ ਦਾ ਵਿਸਾਖੀ ਲੰਬੀ ਹੈ
ਤੇ ਦਾਰਾ ਸ਼ਕੋਹ ਦੀ ਬਾਬਤ ਫਿਰ ਇਸ ਨੇ ਵੇਖ ਲਿਆ ਸੀ ਸੁਪਨੇ ਦੇ ਅੰਦਰ, ਤੇ ਇਹਦੇ ਮਨ ਵਿੱਚ ਖਿਆਲ ਆਇਆ ਕਿ ਮੇਰਾ ਕੀ ਹਾਲ ਹੋਵੇਗਾ। ਤੇ ਸੁਪਨੇ ਵਿੱਚ ਹੀ ਇਹਨੂੰ ਦਿਸਣ ਲੱਗ ਪਿਆ ਸੀ ਕਿ ਮੈਂ ਇੱਕ ਭੰਗੀ ਹਾਂ, ਗੰਦ ਦਾ ਟੋਕਰਾ ਵਿਸ਼ਟਾ ਦਾ ਸਿਰ ਤੇ ਚੱਕਿਆ ਹੋਇਆ, ਮੀਂਹ ਪੈਣ ਨਾਲ ਵਿਸ਼ਟਾ ਚੋ ਚੋ ਕੇ ਮੂੰਹ 'ਚ ਪੈ ਰਹੀ ਹੈ ਤੇ ਥੁੱਕਦੇ ਹੋਏ ਨੂੰ ਜਾਗ ਆ ਗਈ ਸੀ। ਸੁਪਨੇ 'ਚ ਹੀ ਦਿਖਾਲਤਾ ਸੀ ਮਹਾਰਾਜ ਨੇ ਕਿ ਨਰੰਗਿਆ ਜ਼ੁਲਮ ਕਰਨ ਦੇ ਨਾਲ ਕੀ ਭਾਵ ਵਿਕਦੀ ਹੈ, ਪਰਲੋਕ ਵਿੱਚ ਕੀ ਤੇਰਾ ਜਿਹੜਾ ਹਾਲ ਹੋਵੇਗਾ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਫਰਨਾਮਾ ਲਿਖ ਕਰਕੇ ਹੀ ਨਰੰਗੇ ਨੂੰ ਉਹਦਾ ਕੀਤਾ ਹੋਇਆ ਜੋ ਘਟਨਾ ਕਰਮ ਸੀ, ਜੋ ਉਹਦੀਆਂ ਕਰਤੂਤਾਂ ਸੀ, ਸਭ ਮਹਾਰਾਜ ਨੇ ਦਿਖਾ ਦਿੱਤੀਆਂ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੂੰ ਆਪਣੇ ਆਪ ਨੂੰ ਪੱਕਾ ਨਮਾਜ਼ੀ ਕਰ ਸਮਝਦਾ ਹੈ, ਇਹ ਨਮਾਜ਼ਾਂ ਪੜ੍ਹਨੀਆਂ ਰੋਜ਼ੇ ਰੱਖਣੇ ਤੂੰ ਇੱਕ ਢੌਂਗ ਕਰਦਾ ਹੈ, ਕਿਉਂਕਿ ਤੇਰਾ ਮੁਹੰਮਦ ਸਾਹਿਬ ਦੇ ਉੱਤੇ ਵੀ ਅਕੀਦਾ ਨਹੀਂ, ਤੂੰ ਇਸਲਾਮ ਵਿੱਚ ਵੀ ਭਰੋਸਾ ਨਹੀਂ ਰੱਖਦਾ, ਕਿਉਂਕਿ ਤੂੰ ਖਾਧੀਆਂ ਹੋਈਆਂ ਕਸਮਾਂ ਨੂੰ ਤੋੜ ਦਿੱਤਾ। ਜਿਹੜਾ ਮੁਸਲਮਾਨ ਹੈ ਉਹ ਖਾਧੀ ਹੋਈ ਕਸਮ ਨਹੀਂ ਕਦੇ ਤੋੜਦਾ ਹੈ। ਫਿਰ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਆਖਿਆ ਸੀ, ਕਿਉਂਕਿ ਇਹ ਜੌਂ ਖਾਂਦਾ ਸੀਗਾ ਤੇ ਜੌਂ ਖਾ ਕੇ ਬੜਾ ਆਪਣੇ ਆਪ 'ਚ ਨਮਾਜ਼ੀ ਬਣਦਾ ਸੀ। ਹਜੂਰ ਨੇ ਲਿਖਿਆ ਨਰੰਗਿਆ ਜੇ ਜੌਂ ਖਾਣ ਨਾਲ ਮੁਕਤੀ ਹੁੰਦੀ ਹੈ ਤੇ ਫਿਰ ਘੋੜੇ ਖੋਤੇ ਸਾਰੇ ਮੁਕਤ ਹੋ ਜਾਣੇ ਚਾਹੀਦੇ, ਕਿਉਂਕਿ ਉਹ ਜੌਂ ਹੀ ਖਾਂਦੇ ਆ। ਜੌਂ ਖਾਣ ਨਾਲ ਵੀ ਤੇਰੀ ਮੁਕਤ ਨਹੀਂ ਹੋਵੇਗੀ। ਇਹ ਨਰੰਗਾ ਫਿਰ ਜਫਰਨਾਮਾ ਪੜ੍ਹ ਕੇ ਮਰਿਆ ਸੀ ਔਰੰਗਾਬਾਦ ਦੇ ਅੰਦਰ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਇੱਥੇ ਤਾਂ ਬੜੇ ਵਿਸ਼ਿਆਂ ਵਿਕਾਰਾਂ ਨੂੰ ਭੋਗਦੇ ਆ, ਪਰ ਮਰ ਕੇ ਫਿਰ ਨਰਕਗਾਮੀ ਹੁੰਦੇ ਹਨ। ਪਾਤਸ਼ਾਹ ਰਖੀਏ ਇੱਕ ਨਾਮ, ਇੱਕ ਨਾਂ ਦੇ ਨਾਮ ਹੀ ਮਹਾਰਾਜ ਕਹਿੰਦੇ ਰੱਖੇ ਹੋਏ ਆ, ਹੋਰ ਤਾਂ ਕੋਈ ਗੱਲ ਨਹੀਂ ਪਾਂਦਾ ਜੀ, ਕੇਵਲ ਪਾਤਸ਼ਾਹ ਨਾਮ ਹੀ ਧਰਾਏ ਹੋਏ ਆ। ਇੱਕ ਜਾਚਕ ਜਾਚੇ ਤਿੰਨ ਧਾਮ, ਇੱਕ ਮੰਗਤੇ ਪੈਦਾ ਕੀਤੇ ਜਿਹੜੇ ਤਿੰਨਾਂ ਦੇ ਘਰ ਵਿੱਚ ਜਾ ਕਰਕੇ ਜਾਚਦੇ ਆ, ਮੰਗਦੇ ਆ। ਕਿੰਚਤ ਦਿਨ ਕੇ ਇਹਾਂ ਬਿਲਾਸਾ, ਥੋੜੇ ਕਿੰਨੇ ਕੁ ਦਿਨਾਂ ਦੇ ਮਹਾਰਾਜ ਕਹਿੰਦੇ ਇੱਥੇ ਜਿਹੜੇ ਹਨ ਨਾ ਬਿਲਾਸਾ ਕੌਤਕ ਹਨ, ਵਿਸ਼ੇ ਆਨੰਦ ਦਾ ਸੁੱਖ ਕਿੰਨਾ ਕੁ ਚਿਰ ਦਾ ਹੈ, ਥੋੜੇ ਦਿਨ ਦਾ ਹੀ ਹੈ ਨਾ। ਜਿੰਨੀ ਕੁ ਜ਼ਿੰਦਗੀ ਹੈ ਬਹੁਤ ਥੋੜੀ ਹੈ, ਉਹਨੇ ਕੁ ਦਿਨਾਂ ਦਾ ਹੀ ਮਹਾਰਾਜ ਕਹਿੰਦੇ ਇੱਥੇ ਵਿਸ਼ੇ ਆਨੰਦ ਦਾ ਸੁੱਖ ਭੋਗਦੇ ਆ। ਫਸਿਓ ਮੰਦ ਬਿਸਰਿਓ ਜਮ ਤਰਾਸਾ, ਤੇ ਫਸ ਜਾਂਦੇ ਆ ਮੰਦੀ ਬੁੱਧੀ ਵਾਲੇ, ਮੰਦੀ ਮਤ ਵਾਲੇ, ਤੇ ਉਹਨਾਂ ਨੂੰ ਜਮਾਂ ਦਾ ਤਰਾਸ ਡਰ ਜਿਹੜਾ ਹੈ ਉਹ ਭੁੱਲ ਹੀ ਜਾਂਦਾ ਹੈ। ਫਿਰ ਪੜੋ ਫਸਿਓ ਮੰਦ ਬਿਸਾਰਿਓ ਜਮ ਤਰਾਸਾ, ਤੇ ਜਮਾਂ ਦੇ ਡਰ ਨੂੰ ਭੁਲਾ ਹੀ ਦਿੱਤਾ ਹੈ। ਵਿਸ਼ਿਆਂ ਵਿਕਾਰਾਂ ਵਿੱਚ ਫਸੇ ਹੋਏ ਨੇ, ਮੰਦ ਕਰਮ ਕਰਦਾ ਰਹਿੰਦਾ ਏ ਜੀਵ। ਆਗੇ ਗਏ ਹਿਰਦੇ ਤਬ ਜਾਣੈ, ਜਦੋਂ ਅੱਗੇ ਜਾਣਗੇ ਨਾ ਪਰਲੋਕ ਵਿੱਚ, ਤਦੋਂ ਫਿਰ ਹਿਰਦੇ ਵਿੱਚ ਜਾਣਦਾ ਹੈ ਜੀਵ, ਤਦੋਂ ਜਾਣਿਆ ਜਾਵੇਗਾ। ਇੱਥੇ ਤਾਂ ਭੁੱਲੇ ਹੀ ਰਹਿੰਦੇ ਐ। ਜਿਵੇਂ ਹੱਥ ਵੇਖੀਏ ਤੇ ਤਲੀ ਦਿਸਦੀ ਹੈ ਨਾ, ਦੂਜਾ ਪਾਸਾ ਨਹੀਂ ਦਿਸਦਾ, ਪਰ ਜਦੋਂ ਦੂਜਾ ਪਾਸਾ ਪਲਟਦੀ ਹੈ ਤੇ ਦਿਖਾਈ ਦਿੰਦਾ ਹੀ ਹੈ ਨਾ, ਪਰ ਜਦੋਂ ਨਾ ਪਲਟੀਏ ਫਿਰ ਨਹੀਂ ਦਿਸਦਾ। ਜੀਵ ਦੀ ਬਿਰਤੀ ਜਿਹੜੀ ਹੈ ਨਾ ਉਹ ਅਵਿਦਿਆ ਵਿੱਚ ਹੋਣ ਕਰਕੇ ਇਹਨੂੰ ਅਗਲਾ ਕੋਈ ਸੁਝਦਾ ਹੀ ਨਹੀਂ। ਕਹਿੰਦਾ ਆ ਜਗ ਮਿੱਠਾ ਅਗਲਾ ਕਿਨ ਡਿੱਠਾ, ਖਾਓ ਪੀਓ ਤੇ ਮੌਜ ਹੰਡਾਓ। 4 ਦਿਨਾਂ ਦੀ ਜ਼ਿੰਦਗੀ ਹੈ, ਵਿਸ਼ਿਆਂ ਵਿਕਾਰਾਂ 'ਚ ਕਹਿੰਦੇ ਭੋਗਣ ਨੂੰ ਸੁੱਖ ਮੰਨਦੇ ਐ। ਇਉਂ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਆਗੇ ਗਏ ਹਿਰਦੇ ਤਬ ਜਾਣੈ, ਜਦੋਂ ਅੱਗੇ ਪਰਲੋਕ ਵਿੱਚ ਜਾਣਗੇ ਨਾ ਪਾਂਦਾ ਜੀ, ਤਦੋਂ ਹਿਰਦੇ ਵਿੱਚ ਇਹੋ ਜਿਹੇ ਰਾਜੇ ਮਹਾਰਾਜੇ ਜਿਹੜੇ ਆਪਣੇ ਆਪ ਨੂੰ ਬੜੇ ਸਮਝਦੇ ਐ, ਉਹ ਫਿਰ ਜਾਣਨਗੇ ਕਿ ਕੀ ਭਾਵ ਵਿਕਦੀ ਐ। ਮੀਜ ਪਾਨ ਸਿਰ ਧੁਨ ਪਛਤਾਨੈ, ਮੀਜ ਪਾਨ ਫਿਰ ਹੱਥਾਂ ਨੂੰ ਮਲਣਗੇ ਪਛਤਾਵੇ ਦੇ ਨਾਲ, ਤੇ ਸਿਰ ਫੇਰ ਫੇਰ ਕੇ ਬੜਾ ਹੀ ਪਛਤਾਵਾ ਕਰਨਗੇ। ਮਹਿਮਾ ਨਾਮ ਭਜਨ ਕੀ ਜੋ, ਕਿ ਜੋ ਨਾਮ ਦੇ ਭਜਨ ਦੀ ਮਹਿਮਾ ਹੈ, ਵਡਿਆਈ ਹੈ, ਤਬ ਚਿਤਵਤ ਨਿਤ ਵਿਸਰਿਓ ਸੋ, ਉਦੋਂ ਚੇਤੇ ਕਰਨਗੇ ਜਿਹੜਾ ਨਿਤਾ ਪ੍ਰਤੀ ਨਾਮ ਵਿਸਾਰ ਹੀ ਛੱਡਿਆ, ਸਾਰੀ ਜ਼ਿੰਦਗੀ ਭੁਲਾ ਹੀ ਛੱਡਿਆ, ਕਦੇ ਭੁੱਲ ਕੇ ਸੁਪਨੇ 'ਚ ਵੀ ਵਾਹਿਗੁਰੂ ਦਾ ਨਾਮ ਨਹੀਂ ਜਪਿਆ। ਉਦੋਂ ਫਿਰ ਪਛਤਾਵਾ ਕਰਨਗੇ ਜਦੋਂ ਸਰੀਰ ਛੱਡ ਕੇ ਜਾਣਗੇ ਨਾ, ਕਿ ਉਹ ਕਿਹੜੀ ਝੂਠੀ ਪਾਤਸ਼ਾਹੀ 'ਚ ਫਸਿਆ ਰਿਹਾ, ਕਿਹੜੇ ਰਾਜੇ ਪੁਣੇ 'ਚ ਫਸਿਆ ਰਿਹਾ। ਉੱਥੇ ਹੀ ਤਖਤ ਪਏ ਰਹਿ ਗਏ, ਉੱਥੇ ਵਜ਼ੀਰਾਂ ਦੀਆਂ ਸਭਾ ਰਹਿ ਗਈਆਂ, ਉੱਥੇ ਹੀ ਪਾਉਣ ਵਾਲੀਆਂ ਪੁਸ਼ਾਕਾਂ ਜਿਹੜੀਆਂ ਸੀ ਨਾ ਪਸ਼ਮੀਨੇ ਦੀਆਂ ਰਹਿ ਗਈਆਂ। ਜੀਵ ਆਤਮਾ ਉਡਾਰੀ ਭਰ ਜਾਂਦਾ ਹੈ, ਫਿਰ ਉਹਨੂੰ ਪਰਲੋਕ ਦੇ ਰਾਹ ਤੇ ਲੈ ਤੁਰਦੇ ਆ ਜੰਮ। ਫਿਰ ਬਹੁਤ ਜ਼ਿਆਦਾ ਹਜੂਰ ਕਹਿੰਦੇ ਪਛਤਾਵਾ ਕਰਦਾ ਹੈ, ਹੱਥ ਮਲਦਾ ਹੈ,
ਤੇ ਸਿਰ ਆਪਣਾ ਜਿਹੜਾ ਹਿਲਾਉਂਦਾ ਹੋਇਆ ਬਹੁਤ ਜ਼ਿਆਦਾ ਝੂਰੇ ਕਰਦਾ ਮਨ ਦੇ ਅੰਦਰ ਕਿ ਨਾਮ ਦਾ ਐਡਾ ਵੱਡਾ ਲਾਭ ਸੀ ਤੇ ਮੈਂ ਕਿਉਂ ਭੁਲਾ ਛੱਡਿਆ ਨਾਮ ਨੂੰ, ਕਿਉਂ ਵਿਸਾਰ ਦਿੱਤਾ ਨਾਮ, ਕਿਉਂ ਨਾ ਮੈਂ ਜਪਿਆ। ਫਿਰ ਇਸ ਨੂੰ ਪਤਾ ਲੱਗਦਾ ਏ ਅਨਕ ਤਾਰੁਨਾ ਤਾਰਨ ਕਰਹੀ। ਤਾੜਨਾ ਕਰਨ ਵਾਲੇ ਜਿਹੜੇ ਜੰਮ ਹੈ ਫਿਰ ਅਨੇਕਾਂ ਪ੍ਰਕਾਰ ਦੀਆਂ ਸਜ਼ਾਵਾਂ ਦਿੰਦੇ ਆ, ਤਾੜਦੇ ਆ ਉਸ ਨੂੰ। ਗਰ ਮਹਿ ਗਰੂਏ ਸੰਗਰ ਪਰਹੀ। ਗਲ ਦੇ ਅੰਦਰ ਗਰੂਏ ਭਾਰੇ ਸੰਗਲ ਜਿਹੜੇ ਆ ਨਾ ਉਹ ਫਿਰ ਪਾ ਦਿੰਦੇ ਆ। ਨੰਗਾ ਦੋਜਗ ਚਾਲਿਆ ਤਾਂ ਦਿਸੈ ਖਰਾ ਡਰਾਵਣਾ, ਕਰ ਔਗਣ ਪਛੋਤਾਵਣਾ। ਫਿਰ ਇਹ ਹਾਲਤ ਹੁੰਦੀ ਹੈ, ਸੰਗਲ ਗਲ ਵਿੱਚ ਪਾ ਦਿੰਦੇ ਆ ਤੇ ਉਹ ਜਕੜ ਕੇ ਲੈ ਤੁਰਦੇ ਆ। ਤਪਤ ਥੰਮ ਸੋ ਐਂਚ ਲਗਾਵੇ। ਤੇ ਜਿਹੋ ਜੇ ਫਿਰ ਕਰਮ ਕੀਤੇ ਐ ਉਹਨਾਂ ਕਰਮਾਂ ਦੀਆਂ ਫਿਰ ਸਜ਼ਾਵਾਂ ਦਿੰਦੇ ਐ। ਸੱਚੇ ਪਾਤਸ਼ਾਹ ਜੀ ਨੇ ਕਿਹਾ ਨਾ, ਪਰ ਤਰਿਆ ਰਾਵਣ ਜਾਹੇ ਸਈ ਤਾ ਲਾਜੀ ਹੈ, ਹਿਰਹੇ ਪਰ ਦਰਬ ਛਿਦਰ ਕਤ ਢਾਕੀ ਐ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਭਾਈ ਜਿਹੜੇ ਪਰ ਇਸਤਰੀ ਨੂੰ ਜਿਹੜਾ ਹੈ ਗਮਨ ਕਰਦੇ ਆ, ਭਾਵ ਵਿਭਚਾਰ ਕਰਦੇ ਆ, ਤੇ ਉਹਨਾਂ ਦੀ ਕੀ ਹਾਲਤ ਹੁੰਦੀ ਹੈ ਮਹਾਰਾਜ ਦੱਸਦੇ ਹਨ। ਤਪਤ ਥੰਮ ਸੋ ਐਂਚ ਲਗਾਵੇ। ਖਿੱਚ ਕੇ ਉਹਨਾਂ ਨੂੰ ਪਰ ਤੱਤੇ ਥੰਮਾਂ ਦੇ ਨਾਲ, ਤਪਤ ਥੰਮ ਗੱਲ ਲਾਤੇ ਆ, ਤੱਤਿਆਂ ਥੰਮਾਂ ਦੇ ਨਾਲ ਜੱਫੀਆਂ ਪਵਾਈਆਂ ਜਾਂਦੀਆਂ ਹਨ। ਤੇਲ ਕੜਾਹ ਤਪਤ ਮਹਿ ਪਾਵੇ। ਤਪਦੇ ਹੋਏ ਤੇਲ ਦੇ ਕੜਾਹਿਆਂ ਵਿੱਚ ਤਲ ਦਿੱਤਾ ਜਾਂਦਾ ਹੈ। ਸਈ ਤਾ ਲਾਜੀ ਹੈ, ਉਹਨਾਂ ਨੂੰ ਤਲ ਦਿੱਤਾ ਜਾਂਦਾ ਹੈ ਜਿਹੜੇ ਵਿਭਚਾਰ ਕੁਕਰਮ ਕਰਦੇ ਆ। ਦੋਹਰਾ ਲੋਹ ਖੰਡ ਕਰ ਅਗਨਵਤ। ਜਿਹੜਾ ਇਸ ਪ੍ਰਕਾਰ ਮੁਖ ਤੋਂ ਨਿੰਦਾ ਕੀਤੀ ਹੈ, ਮੁਖ ਤੋਂ ਵਕਾਰ ਭੋਗਦਿਆਂ ਹੋਇਆਂ ਮੁਖ ਦੀ ਝੂਠ ਕੀਤੀ ਹੈ, ਇਉਂ ਸੱਚੇ ਪਾਤਸ਼ਾਹ ਕਹਿੰਦੇ ਅੰਗਿਆਰ ਜਿਹੜੇ ਅਗਨਵਤ ਭਖਦੇ ਹੁੰਦੇ ਆ ਉਹਨਾਂ ਨੂੰ ਫਿਰ ਉਹ ਮੂੰਹ ਵਿੱਚ ਪਾਉਂਦੇ ਆ ਜੰਮ। ਮੁਖ ਪਾਵਹਿ ਕਰ ਮਾਰ। ਤੇ ਹੱਥਾਂ ਦੇ ਨਾਲ ਮਾਰਦੇ ਹੋਏ ਨਾਲੇ ਮੂੰਹ ਵਿੱਚ ਐਸੇ ਅੰਗਾਰਾਂ ਨੂੰ ਪਾਉਂਦੇ ਹਨ। ਦਾਰੁਨ ਦੁਖਤ ਪੁਕਾਰਹੀ। ਬਹੁਤ ਭਿਆਨਕ ਦੁੱਖਾਂ ਦੇ ਨਾਲ ਜੀਵ ਫਿਰ ਪੁਕਾਰਦਾ ਹੈ, ਚੀਕਾਂ ਮਾਰਦਾ ਏ। ਕੋਈ ਨਾ ਸੁਨਹਿ ਪੁਕਾਰ। ਕੋਈ ਵੀ ਫਿਰ ਉੱਥੇ ਉਹਦੀ ਪੁਕਾਰ ਨਹੀਂ ਸੁਣਦਾ, ਕੋਈ ਵੀ ਆਵਾਜ਼ ਨਹੀਂ ਉਹਦੀ ਫਿਰ ਸੁਣਦਾ, ਕਿਉਂਕਿ ਕੌਣ ਉਹਦੇ ਤੇ ਹੁਣ ਦਇਆ ਕਰੇ, ਕੌਣ ਛਡਾਵੇ। ਮਹਾਰਾਜ ਕਹਿੰਦੇ ਕੀਤੇ ਹੋਏ ਕੁਕਰਮਾਂ ਦੇ ਬਦਲੇ ਫਿਰ ਪਾਂਧਾ ਜੀ ਨੇ ਪੁੱਛਿਆ ਨਾ ਮਹਾਰਾਜ ਅੱਗੇ ਕੀ ਉਹਨਾਂ ਦਾ ਹਾਲ ਹੁੰਦਾ ਹੈ। ਹਜੂਰ ਨੇ ਦਰਸਾਇਆ ਕਿ ਅੱਗੇ ਉਹਨਾਂ ਦਾ ਕੀ ਹਾਲ ਹੁੰਦਾ ਹੈ। ਮਹਾਰਾਜ ਕਹਿੰਦੇ ਮੂੰਹ ਵਿੱਚ ਅੰਗਿਆਰ ਪਾਏ ਜਾਂਦੇ ਆ, ਤੱਤੇ ਤੇਲ ਦੇ ਕੜਾਹਿਆਂ 'ਚ ਤਲਿਆ ਜਾਂਦਾ ਹੈ। ਕਈ ਉਹ ਸੁਣ ਕਰਕੇ ਕਹਿੰਦੇ ਕਿਹੜਾ ਵੇਖਿਆ ਐਵੇਂ ਆਪਣੇ ਕੋਲੋਂ ਡਰਾਉਣ ਨੂੰ ਲਿਖਿਆ ਹੋਇਆ। ਪਰ ਸੱਚੇ ਪਾਤਸ਼ਾਹ ਜੀ ਮਹਾਰਾਜ ਦੀ ਬਾਣੀ ਕਹਿੰਦੀ ਹੈ ਜਿਨ੍ਹਾਂ ਭਗਤਾਂ ਨੇ ਵਾਹਿਗੁਰੂ ਦੀ ਬੰਦਗੀ ਕੀਤੀ ਹੈ। ਬਾਬਾ ਫਰੀਦ ਸਾਹਿਬ ਜੀ ਨੇ ਵੀ ਆਪਣੀ ਬਾਣੀ ਵਿੱਚ ਕਿਹਾ ਕਿ ਅੱਗਾ ਦੋਜਕ ਤਪਿਆ ਸੁਣੀਐ, ਹੂਲ ਪਵੈ ਕਾ ਹਾਹ। ਕਹਿੰਦੇ ਬੜੀ ਡੰਡ ਰੌਲੀ ਪੈਂਦੀ ਹੈ, ਬੜਾ ਦੋਜਕ ਤਪਿਆ ਹੋਇਆ ਹੈ ਨਰਕ, ਉੱਥੇ ਸਜ਼ਾਵਾਂ ਦਿੱਤੀਆਂ ਜਾਂਦੀਆਂ। ਸ੍ਰੀ ਗੁਰੂ ਜੀ ਨੇ ਆਪਣੀ ਬਾਣੀ ਵਿੱਚ ਗਵਾਹੀ ਦਿੱਤੀ ਹੈ। ਪਾਂਧਾ ਜੀ ਨੂੰ ਮਹਾਰਾਜ ਸਿੱਖਿਆ ਦਿੰਦੇ ਹੋਏ ਕਹਿੰਦੇ ਹੈ ਕਿ ਪਾਂਧਾ ਜੀ ਇੱਥੇ ਜਿਹੜੇ ਵਿਭਚਾਰੀ ਹੋ ਕਰਕੇ ਰਹਿੰਦੇ ਐ, ਜਤ ਸਤ ਨਹੀਂ ਰੱਖਦੇ, ਆਪਣੇ ਪਤਨੀ ਦੇ ਧਰਮ ਵਿੱਚ ਜਾਂ ਪਤਨੀ ਪਤੀ ਦੇ ਧਰਮ ਵਿੱਚ ਪਰਪੱਕ ਨਹੀਂ ਰਹਿੰਦੀ, ਤਾਂ ਉਹਨਾਂ ਦੀ ਪਰਲੋਕ ਵਿੱਚ ਇਹੋ ਜੀ ਹਾਲਤ ਹੁੰਦੀ ਹੈ ਕਿ ਉਹੋ ਜੇ ਫਿਰ ਆਕਾਰ ਬਣਾ ਕਰਕੇ ਨਾ ਅੱਗ ਦੇ ਫਿਰ ਉਹਨਾਂ ਨੂੰ ਉਹਨਾਂ ਆਕਾਰਾਂ ਨਾਲ ਜੱਫੀਆਂ ਪਵਾਈਆਂ ਜਾਂਦੀਆਂ, ਖਿੱਚ ਕੇ ਮੂੰਹ ਵਿੱਚ ਅੰਗਿਆਰ ਪਾਏ ਜਾਂਦੇ, ਨਾਲੇ ਮਾਰ ਪੈਂਦੀ ਹੈ। ਤੇ ਇਸ ਪ੍ਰਕਾਰ ਤੱਤੇ ਤੇਲ ਦੇ ਕੜਾਹਿਆਂ ਵਿੱਚ ਤਲਿਆ ਜਾਂਦਾ ਹੈ। ਤੇ ਇਹੋ ਜੀ ਜਦੋਂ ਮਾਰ ਪੈਂਦੀ ਹੈ, ਭਿਆਨਕ ਮਾਰ ਝੱਲ ਨਹੀਂ ਫਿਰ ਪਾਉਂਦਾ ਤੇ ਪੁਕਾਰ ਕਰਦਾ, ਕੌਣ ਫਿਰ ਉਹਦੀ ਪੁਕਾਰ ਸੁਣੇ। ਉੱਥੇ ਕੋਈ ਪੁਕਾਰ ਵੀ ਸੁਣਨ ਵਾਲਾ ਨਹੀਂ ਹੁੰਦਾ। ਚਾਉ ਪਈ ਇਤਿਆਦਿਕ ਦੁਖ ਨਰਕ ਅਨੇਕਾ। ਇਤਿਆਦਿਕ ਨਰਕ ਦੇ ਵਿੱਚ ਅਨੇਕਾਂ ਹੀ ਦੁੱਖ ਹੈ, ਤਾਂ ਕੇਵਲ ਥੋੜੇ ਜੇ ਦੱਸੇ ਹਨ। ਪਾਵਹਿ ਨਾਮ ਹੀਨ ਅਵਵੇਕਾ। ਤੇ ਨਾਮ ਤੋਂ ਹੀਣਾ ਅਗਿਆਨੀ ਪੁਰਖ ਜਿਹੜਾ ਹੈ ਉਹ ਪਾਉਂਦਾ ਹੈ ਫਿਰ ਨਰਕਾਂ ਦੇ ਵਿੱਚ, ਸਾਰੇ ਦੁੱਖਾਂ ਨੂੰ ਝੱਲਦਾ ਹੈ। ਨਾਮ ਹੀ ਛਡਾਉਂਦਾ ਸਾਰੇ ਦੁੱਖਾਂ ਤੋਂ, ਪਰ ਨਾਮ ਤੋਂ ਹੀਣਾ ਜਿਹੜਾ ਅਵਵੇਕੀ ਹੈ, ਭਾਵ ਵਿਵੇਕ ਨਹੀਂ ਧਾਰਨ ਕੀਤਾ, ਗਿਆਨ ਨਹੀਂ ਧਾਰਨ ਕੀਤਾ, ਗੁਰੂ ਵਾਲਾ ਨਹੀਂ ਬਣਿਆ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਾਰੇ ਹੀ ਨਰਕਾਂ ਦੇ ਦੁੱਖ ਨੂੰ ਪਾਉਂਦਾ ਏ। ਕਰਤ ਵਿਕਾਰਨ ਬੈਸ ਬਿਤਾਈ। ਕਰਦਿਆਂ ਹੋਇਆਂ ਵਿਕਾਰਾਂ ਨੂੰ ਜਿਨ ਉਮਰ ਬਤੀਤ ਕਰ ਦਿੱਤੀ, ਵਿਸ਼ੇ ਭੋਗਾਂ 'ਚ ਹੀ ਫਸਿਆ ਰਿਹਾ,
ਸਦਾ ਇਹਦੇ ਵਿੱਚ ਹੀ ਲੰਪਟ ਰਿਹਾ, ਕਦੇ ਧਿਆਨ ਹੀ ਨਹੀਂ ਦਿੱਤਾ ਸਤ ਸੰਗਤ ਵੱਲ, ਭਜਨ ਕਰਨ ਵੱਲ। ਵਿਕਾਰਾਂ ਦੇ ਵਿੱਚ ਫਸਿਆ ਹੋਇਆ ਸਾਰੀ ਉਮਰ ਜਦੋਂ ਬਤੀਤ ਕਰ ਦਿੱਤੀ। ਕਬਹੁ ਨ ਸਿਮਰਨ ਮਹਿ ਲਿਵ ਲਾਈ। ਕਦੇ ਵੀ ਵਾਹਿਗੁਰੂ ਦੇ ਸਿਮਰਨ ਵਿੱਚ ਲਿਵ ਹੀ ਨਹੀਂ ਲਾਈ, ਸੁਰਤੀ ਨਹੀਂ ਆਪਣੀ ਜੋੜੀ। ਜਦੋਂ ਕਿਤੇ ਸਿਮਰਨ ਦੇ ਵਿੱਚ ਚਲਿਆ ਵੀ ਜਾਵੇ ਤੇ ਉਸੇ ਵੇਲੇ ਹੀ ਨੀਂਦ ਆ ਜਾਂਦੀ ਹੈ। ਵਿਕਾਰਾਂ ਦਾ ਕੋਈ ਸੌਦਾ ਹੋਵੇ, ਵਿਕਾਰ ਭੋਗਣ ਦਾ ਕੋਈ ਤਰੀਕਾ ਹੋਵੇ ਤਾਂ ਸਾਰੀਆਂ ਹੀ ਨੀਂਦਾਂ ਉੱਡ ਜਾਂਦੀਆਂ ਹਨ। ਇਸ ਤਰ੍ਹਾਂ ਦੀ ਹਾਲਤ ਤਾਂ ਕਦੇ ਸਿਮਰਨ ਵਿੱਚ ਚਿੱਤ ਹੀ ਨਹੀਂ ਜੋੜਿਆ, ਵਿਕਾਰਾਂ ਨੂੰ ਭੋਗਦਿਆਂ ਹੀ ਉਮਰ ਲੰਘਾ ਦਿੱਤੀ। ਜਿਉ ਤਸਕਰ ਕੋ ਤਰਾਸਤ ਵੇਰੀ। ਜਿਵੇਂ ਤਸਕਰ ਜਿਹੜਾ ਚੋਰ ਹੁੰਦਾ ਹੈ, ਜਦੋਂ ਉਹਨੂੰ ਸਜ਼ਾ ਦਾ ਵੇਲਾ ਹੁੰਦਾ ਹੈ ਨਾ, ਜਦੋਂ ਉਹਨੂੰ ਕੁੱਟ ਪੈਂਦੀ ਹੈ, ਮਾਰ ਪੈਂਦੀ ਹੈ ਚੋਰ ਨੂੰ, ਉਹਦੇ ਕੀਤੇ ਹੋਏ ਕਰਮ ਦੇ ਕਰਕੇ, ਕੋ ਨਾ ਛੁਰਾਵਹਿ ਅਵਗੁਣ ਹੇਰੀ। ਉਹਦਾ ਇਹ ਅਵਗੁਣ ਪਾਪ ਵੇਖ ਕਰਕੇ ਫਿਰ ਕੋਈ ਨਹੀਂ ਛਡਾਉਂਦਾ ਕਿ ਭਈ ਇਹਨ ਚੋਰੀ ਕੀਤੀ ਸੀ ਤੇ ਹੁਣ ਤੂੰ ਸਜ਼ਾ ਸਹਾਰ। ਇਸੇ ਤਰ੍ਹਾਂ ਜਿਹੜੇ ਜੀਵ ਅਵਗੁਣ ਕਰਦੇ ਆ ਨਾ, ਪਾਪ ਕਰਦੇ ਆ, ਇਸ ਸੰਸਾਰ ਦੇ ਅੰਦਰ ਸਰੀਰਕ ਸੁੱਖਾਂ ਦੇ ਭੋਗਾਂ 'ਚ ਫਸੇ ਰਹਿੰਦੇ ਆ, ਵਿਭਚਾਰ ਕਰਦੇ ਆ, ਕੁਕਰਮ ਕਰਦੇ ਆ, ਫਿਰ ਉੱਥੇ ਕੌਣ ਛਡਾਵੇ? ਉੱਥੇ ਕੋਈ ਨਹੀਂ ਛਡਾਉਂਦਾ। ਕਹਿੰਦੇ ਤੂੰ ਭੋਗੇ, ਹੁਣ ਤੂੰ ਸਜ਼ਾ ਭੋਗ, ਤੈਂ ਹੀ ਵਿਕਾਰਾਂ ਨੂੰ ਭੋਗਿਆ, ਹੁਣ ਤੇ ਸਜ਼ਾ ਵੀ ਤੈਂ ਹੀ ਭੋਗਣੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਉੱਥੇ ਕੋਈ ਵੀ ਫਿਰ ਛਡਾਉਂਦਾ ਨਹੀਂ ਹੈ। ਤਿਉ ਯਮ ਕੈ ਢਿਗ ਗਹਿਓ ਅਕੇਲਾ। ਕਿਉਂ ਫਿਰ ਜਮ ਦੇ ਕੋਲ ਇਕੱਲਾ ਹੀ ਪਕੜਿਆ ਜਾਂਦਾ ਹੈ। ਕੋਈ ਉੱਥੇ ਮਾਤਾ ਪਿਤਾ ਭੈਣ ਭਰਾ ਕੋਈ ਸਹਾਈ ਨਹੀਂ ਹੁੰਦਾ, ਮਿੱਤਰ ਆਦਿਕ। ਅਨਕ ਜਾਤਨਾ ਮਾਹਿ ਦੁਹੇਲਾ। ਬਹੁਤ ਜ਼ਿਆਦੀਆਂ ਸਜ਼ਾਵਾਂ ਸਹਾਰਦਾ ਹੋਇਆ ਬੜਾ ਹੀ ਫਿਰ ਦੁਹੇਲਾ ਦੁਖੀ ਹੁੰਦਾ ਏ। ਦੋਹਰਾ ਸੁਤ ਬਨਤਾਦਿਕ ਰਾਜ ਸੁਖ। ਸੁਤ ਪੁੱਤਰ ਬਨਤਾਦਿਕ, ਇਸਤਰੀ ਆਦਿਕ ਭਾਵ ਵਧਿਆ ਹੋਇਆ ਇਸਤਰੀ ਤੋਂ ਕੁਟੁੰਬ ਪਰਿਵਾਰ। ਫਿਰ ਪੜੋ ਸੁਤ ਬਨਤਾਦਿਕ ਰਾਜ ਸੁਖ। ਤੇ ਰਾਜ ਦਾ ਜਿਹੜਾ ਸੁਖ ਹੈ, ਸਭੇ ਪਦਾਰਥ ਪਾਸ। ਸਾਰੇ ਹੀ ਪਦਾਰਥ ਜੇ ਪਾਸ ਹੋਣ, ਕੋਲ ਹੋਣ। ਬੈਸ ਬਿਹਾਵਹਿ ਨਾਮ ਬਿਨ। ਤੇ ਪਰ ਜੇ ਉਮਰ ਬੀਤੀਤ ਹੋ ਜਾਵੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ, ਪੁੱਤਰ ਵੀ ਹੋਣ, ਇਸਤਰੀ ਤੋਂ ਵਧਿਆ ਸਾਰਾ ਪਰਿਵਾਰ, ਸਾਰੇ ਹੀ ਸੁੱਖ ਹੋਣ, ਪਦਾਰਥ ਹੋਣ, ਰਾਜ ਭਾਗ ਦਾ ਸੁੱਖ ਹੋਵੇ, ਤੇ ਇਉਂ ਨਾਮ ਤੋਂ ਸਖਣੀ ਹੀ ਜੇ ਉਮਰ ਸਾਰੀ ਬਤੀਤ ਹੋ ਜਾਵੇ। ਮਾਇਆ ਨ ਪ੍ਰਭ ਕੀ ਤਾਸ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਆ, ਪਾਂਦਾ ਜੀ ਇਹ ਵਾਹਿਗੁਰੂ ਦੀ ਕਿਰਪਾ ਨਹੀਂ ਹੈ। ਜੇ ਸਾਰਾ ਕੁਝ ਪ੍ਰਾਪਤ ਹੋਵੇ, ਆਪਾਂ ਸੰਸਾਰੀ ਜੀਵ ਹਾਂ, ਆਪਾਂ ਇਹ ਹੀ ਸਮਝਦੇ ਹਾਂ ਜਿਹਦੇ ਕੋਲ ਮਾਇਆ ਕੋਲ ਜ਼ਿਆਦੇ ਹੈ, ਬੜੀ ਕਿਰਪਾ ਹੈ, ਤੇ ਪਦਾਰਥ ਕੋਲ ਹੈ, ਬੜੀ ਕਿਰਪਾ ਹੈ। ਕੋਈ ਅਹੁਦਾ ਮਿਲ ਗਿਆ ਰਾਜ ਭਾਗ ਦਾ, ਬੜੀ ਕਿਰਪਾ ਹੋ ਗਈ। ਇਹ ਆਪਾਂ ਕਿਰਪਾ ਦੀ ਨਿਸ਼ਾਨੀ ਸਮਝੀ ਹੈ। ਪਰ ਸਤਿਗੁਰੂ ਜੀ ਕਹਿੰਦੇ ਸਾਰਾ ਕੁਝ ਹੋਵੇ, ਵਾਹਿਗੁਰੂ ਦਾ ਨਾਮ ਹੈ ਨਹੀਂ, ਤਾਂ ਇਹ ਮੇਰੇ ਪਰਮੇਸ਼ਰ ਦੀ ਦਇਆ ਨਹੀਂ, ਵਾਹਿਗੁਰੂ ਦੀ ਕਿਰਪਾ ਨਹੀਂ ਹੈ ਉਹਦੇ ਉੱਪਰ। ਪਾਂਦੇ ਸੁਨ ਸ਼ਰੋਨਨ ਬਿਖੈ। ਪਾਂਡਾ ਜੀ ਨੇ ਜਦੋਂ ਸੁਣਿਆ ਕੰਨਾਂ ਦੇ ਵਿੱਚ, ਚਮਕੀ ਚੌਂਪ ਅਪਾਰ। ਬਹੁਤ ਜ਼ਿਆਦੀ ਆਪਣੇ ਮਨ ਵਿੱਚ ਇੱਛਾ ਪੈਦਾ ਹੋਈ ਹੈ ਪਾਂਡਾ ਜੀ ਦੇ ਹੋਰ ਜਾਣਨ ਵਾਸਤੇ। ਗੁਰ ਬਚ ਅੰਕੁਸ ਨਾਗ ਮਨ। ਪਾਂਡਾ ਜੀ ਦਾ ਮਨ ਜਿਹੜਾ ਨਾ, ਸਮਝਦੇ ਮੇਰਾ ਮਨ ਤਾਂ ਹਾਥੀ ਵਰਗਾ ਹੈ। ਗੁਰੂ ਜੀ ਦਾ ਜਿਹੜਾ ਉਪਦੇਸ਼ ਹੈ ਨਾ, ਇਹ ਅੰਕੁਸ ਕੁੰਡੇ ਵਰਗਾ ਹੈ। ਕੁੰਡੇ ਨਾਲ ਹਾਥੀ ਨੂੰ ਮੋੜ ਲਈਦਾ ਨਾ, ਅਮੋੜ ਹਾਥੀ ਹੈ, ਹਸਤੀ ਸਿਰ ਜਿਉ ਅੰਕਸ ਹੈ, ਆਹਰਣ ਜਿਉ ਸਿਰ ਦੇ। ਇਸ ਤਰ੍ਹਾਂ ਪਾਂਦਾ ਜੀ ਮਹਿਸੂਸ ਕਰ ਰਹੇ ਆ ਕਿ ਮੇਰਾ ਮਨ ਤਾਂ ਹਾਥੀ ਵਰਗਾ ਅਮੋੜ ਆਖੇ ਹੀ ਨਹੀਂ ਲੱਗਦਾ ਸੀਗਾ, ਪਰ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਦੇ ਨਿਕਲੇ ਹੋਏ ਸ਼ਬਦ ਉਪਦੇਸ਼ ਕੁੰਡੇ ਵਰਗਾ ਹੈ। ਮਹਾਰਾਜ ਦਾ ਉਪਦੇਸ਼, ਮੇਰਾ ਮਨ ਮੁੜਦਾ ਜਾ ਰਿਹਾ ਏ। ਲੱਖ ਕਰ ਤਿਹ ਅਨੁਸਾਰ। ਲੱਖ ਕਰਕੇ ਜਾਣ ਕਰਕੇ, ਸਤਿਗੁਰੂ ਜੀ ਦੇ ਉਪਦੇਸ਼ ਦੇ ਅਨੁਸਾਰੀ ਹੋ ਕਰਕੇ। ਚਾਉ ਪਈ ਕਲਾਵਾਨ ਤੁਮ ਮੈਂ ਮਨ ਜਾਣੇ। ਹੱਥ ਜੋੜ ਲੈ ਪਾਂਦਾ ਜੀ ਨੇ, ਕਹਿੰਦੇ ਐ ਮਹਾਰਾਜ ਮੈਂ ਜਾਣ ਲਿਆ ਕਿ ਆਪ ਕਲਾਵਾਨ ਹੋ, ਆਪ ਸ਼ਕਤੀ ਸੰਪੰਨ ਹੋ। ਰੁਚਰ ਬਚਨ ਦਾਨੀ ਕਲਿਆਣੇ। ਮਹਾਰਾਜ ਆਪ ਦੇ ਬਚਨ ਬਹੁਤ ਸੁੰਦਰ ਹੈ, ਐਸੇ ਸੁੰਦਰ ਕਿ ਮੁਕਤੀ ਦੇ ਦੇਣ ਵਾਲੇ ਹਨ ਆਪ ਦੇ ਬਚਨ। ਇੱਕ ਸ਼ੰਕਾ ਸੋ ਸੰਕਟ ਮਨ ਹੈ। ਮਹਾਰਾਜ ਇੱਕ ਹੋਰ ਸ਼ੰਕਾ ਹੈ, ਜਿਸ ਕਰਕੇ ਮੇਰੇ ਮਨ ਦਾ ਇਹ ਸ਼ੰਸਾ ਜਿਹੜਾ ਹੈ,
ਇਹ ਮਹਾਰਾਜ ਨਿਵਰਤ ਕਰ ਦਿਓ। ਉੱਤਰ ਦੇਹੋ ਲਖਿਓ ਗੁਰੂ ਜਨ ਹੈ। ਮਹਾਰਾਜ ਉੱਤਰ ਦਿਓ ਮੈਨੂੰ ਕਿਰਪਾ ਕਰਕੇ, ਮੈਂ ਜਾਣ ਲਿਆ ਕਿ ਆਪ ਮਹਾਰਾਜ ਕੁੱਲ ਆਲਮ ਦੇ ਗੁਰੂ ਰੂਪ ਹੋ। ਇਹ ਪਾਂਧਾ ਜੀ ਨੇ ਪਹਿਚਾਣ ਲਿਆ, ਸਤਿਗੁਰਾਂ ਜੀ ਨੇ ਮਿਹਰ ਕੀਤੀ, ਦ੍ਰਿਸ਼ਟੀ ਦਿੱਤੀ। ਪਾਂਧਾ ਜੀ ਜਾਣ ਗਏ ਕਿ ਕੁੱਲ ਕਾਇਨਾਤ ਦੇ ਗੁਰੂ ਰੂਪ ਹੋਏ ਆ, ਨਿਰੰਕਾਰ ਰੂਪ ਆਪ ਪ੍ਰਗਟ ਹੋਏ ਆ। ਸੱਚੇ ਪਾਤਸ਼ਾਹ ਜੀ ਦੇ ਸਰੂਪ ਦਾ ਦਰਸ਼ਨ ਪਾ ਰਹੇ ਆ ਪਾਂਧਾ ਜੀ। ਕਿਉਂ ਕਹਿੰਦੇ ਹਨ, ਜੇ ਸੁਲਤਾਨ ਖਾਨ ਵਸ ਨੇਹੂ। ਕਹਿਣ ਲੱਗੇ ਜਿਹੜੇ ਸੁਲਤਾਨ, ਤੇ ਇਸ ਪ੍ਰਕਾਰ ਫਿਰ ਪਿਛਲੀ ਪੰਕਤੀ ਪੜੋ। ਉੱਤਰ ਦੇਹੋ ਲਖਿਓ ਗੁਰੂ ਜਨ ਹੈ। ਮਹਾਰਾਜ ਉੱਤਰ ਦਿਓ ਮੇਰੇ ਇਸ ਸ਼ੰਕੇ ਦਾ, ਮੈਂ ਆਪ ਨੂੰ ਗੁਰੂ ਧਾਰਨ ਕੀਤਾ, ਜਾਣ ਲਿਆ ਕਿ ਆਪ ਗੁਰੂ ਰੂਪ ਹੋ। ਜੇ ਸੁਲਤਾਨ ਖਾਨ ਵਸ ਨੇਹੂ। ਤੇ ਹੁਣ ਪ੍ਰਸ਼ਨ ਇਹ ਹੈ, ਸ਼ੰਕਾ ਇਹ ਹੈ, ਜਿਹੜੇ ਸੁਲਤਾਨ ਵੱਡੇ ਵੱਡੇ ਬਾਦਸ਼ਾਹ, ਜਿਹੜੇ ਖਾਨ ਸਾਹਿਬ ਆਪਣੇ ਆਪ ਨੂੰ ਕਹਾਉਂਦੇ ਐ ਤੇ ਮੋਹ ਦੇ ਵਸ ਹੁੰਦੇ ਹਨ। ਨਾਮ ਸਮਾਰਹਿ ਭੂਲ ਨਾ ਕੇਹੂ। ਮਹਾਰਾਜ ਭੁੱਲ ਕਰਕੇ ਵੀ ਕਿਸੇ ਤਰ੍ਹਾਂ ਉਹ ਨਾਮ ਨੂੰ ਨਹੀਂ ਸੰਭਾਲਦੇ, ਚੇਤੇ ਨਹੀਂ ਕਰਦੇ। ਤਿਨ ਕੋ ਕਿਉ ਭੈ ਦੇਤ ਨਾ ਸੁਆਮੀ। ਵਾਹਿਗੁਰੂ ਇਹਨਾਂ ਨੂੰ ਇੱਥੇ ਕਿਉਂ ਨਹੀਂ ਭੈ ਪਾ ਦਿੰਦਾ? ਤੇ ਫਿਰ ਮਹਾਰਾਜ ਇੱਥੇ ਹੀ ਜਮਾਂ ਦੋ, ਜੋ ਭੈ ਕਰਨ ਤੇ ਫਿਰ ਭਜਨ ਕਰ ਲੈਣ। ਵਾਹਿਗੁਰੂ ਇੱਥੇ ਕਿਉਂ ਨਹੀਂ ਉਹਨਾਂ ਨੂੰ ਭੈ ਪਾ ਦਿੰਦਾ ਏ? ਜਾਂ ਤੇ ਸਿਮਰਹਿ ਅੰਤਰ ਜਾਮੀ। ਜਿਸ ਕਰਕੇ ਅੰਤਰਜਾਮੀ ਨਿਰੰਕਾਰ ਨੂੰ ਉਹ ਸਿਮਰ ਲੈਣ, ਚੇਤੇ ਕਰ ਲੈਣ, ਭਜਨ ਵਿੱਚ ਲੱਗ ਜਾਣ। ਨਿਰਭੈ ਵਿਸ਼ਯਨ ਮਹਿ ਰਚ ਮਾਨਵ। ਤੇ ਨਿਰਭੈ ਹੋ ਕਰਕੇ ਜਿਹੜਾ ਮਨੁੱਖ ਹੈ ਉਹ ਤਾਂ ਵਿਸ਼ਿਆਂ ਵਿਕਾਰਾਂ ਵਿੱਚ ਹੀ ਰਚਿਆ ਰਹਿੰਦਾ, ਮਿਲਿਆ ਰਹਿੰਦਾ ਏ। ਭੂਲੇ ਭਜਨ ਨੈਕ ਨਹਿ ਜਾਣਵ। ਤੇ ਭੁੱਲਿਆ ਹੋਇਆ ਥੋੜਾ ਵੀ ਭਜਨ ਨੂੰ ਨਹੀਂ ਜਾਣਦਾ। ਮਨ ਕੀ ਤਨ ਧਨ ਮਹਿ ਅਤ ਪ੍ਰੀਤੂ। ਤੇ ਮਨ ਦੇ ਅੰਦਰ ਅਤੇ ਤਨ ਦੇ ਅੰਦਰ ਤੇ ਧਨ ਦੇ ਅੰਦਰ ਬਾਹਲੀ ਜਿਆਦੀ ਪ੍ਰੀਤ ਰਹਿੰਦੀ ਹੈ। ਫਿਰ ਪੜੋ। ਮਨ ਕੀ ਤਨ ਧਨ ਮਹਿ ਅਤ ਪ੍ਰੀਤੂ। ਪਰਾਏ ਤਨ ਦੇ ਅੰਦਰ ਪਰ ਇਸਤਰੀ ਦਾ ਰੂਪ ਵੇਖਣ ਵਿੱਚ ਅਤੇ ਪਰਾਏ ਦਾ ਧਨ ਖੋਣ ਵਿੱਚ ਹੀ ਮਹਾਰਾਜ ਜਿਹੜੀ ਮਨ ਦੀ ਪ੍ਰੀਤ ਵੈ ਉਹ ਲੱਗੀ ਰਹਿੰਦੀ ਹੈ। ਤਜ ਨਾ ਸਕਹਿ ਚਿਤ ਦ੍ਰਿੜ ਪ੍ਰੀਤੂ। ਤਜ ਛੱਡ ਨਹੀਂ ਪਾਉਂਦਾ, ਚਿੱਤ ਦੇ ਵਿੱਚ ਐਸੀ ਦ੍ਰਿੜਤਾ ਦੇ ਸਹਿਤ ਪ੍ਰੇਮ ਕਰਦਾ ਹੈ। ਚਿੱਤ ਇੰਨਾ ਲੱਗਾ ਹੋਇਆ ਹੈ ਪਰਾਏ ਤਨ ਵੱਲ ਤੇ ਪਰਾਏ ਧਨ ਵੱਲ ਕਿ ਛੱਡ ਹੀ ਨਹੀਂ ਪਾਉਂਦਾ ਹੈ। ਪਰਾਇਆ ਜਿਹੜਾ ਹੈ ਧਨ, ਉਹਨੂੰ ਖੋਣ ਵਾਸਤੇ, ਉਹਨੂੰ ਪ੍ਰਾਪਤ ਕਰਨ ਵਾਸਤੇ ਪਾਪ ਵੀ ਕਰਨਾ ਪਵੇ ਤੇ ਕੋਈ ਇਹ ਮਨ ਦੇ ਅੰਦਰ ਬੁਰਾ ਨਹੀਂ ਸਮਝਦਾ। ਤੇ ਪਰਾਇਆ ਤਨ ਜਿਹੜਾ ਸਰੀਰ ਵੈ ਉਹਨੂੰ ਵੀ ਪ੍ਰਾਪਤ ਕਰਨ ਲਈ ਬੜੇ ਯਤਨ ਕਰਦਾ ਹੈ। ਐਸੀ ਪੱਕੀ ਪ੍ਰੀਤ ਲੱਗੀ ਹੈ ਮਨ ਦੇ ਅੰਦਰ। ਦੋਹਰਾ ਥਿਰਤਾ ਸੀ ਸੰਸਾਰ ਮਹਿ। ਮਹਾਰਾਜ ਇਹ ਸੰਸਾਰ ਜਿਹੜਾ ਹੈ ਸਦਾ ਥਿਰ ਰਹਿਣ ਵਾਲਾ, ਟਿਕੇ ਰਹਿਣ ਵਾਲਾ, ਭਾਸਦਾ ਰਹਿੰਦਾ ਏ। ਲਖ ਸੰਚਤ ਅਤ ਆਥ। ਤੇ ਇਉਂ ਲੱਖ ਕੇ ਜਾਣ ਕਰਕੇ ਬਹੁਤੇ ਹੀ ਪਦਾਰਥ ਜਿਹੜੇ ਆ ਜੀਵ ਇਕੱਠੇ ਕਰਦਾ ਏ। ਸੁਨਤ ਸਰੋਨ ਆਨਨ ਭਨਤ। ਸੁਣ ਕਰਕੇ ਸਤਿਗੁਰੂ ਜੀ ਕੰਨਾਂ ਵਿੱਚ ਤੇ ਆਪਣੇ ਮੁਖ ਤੋਂ ਮਹਾਰਾਜ ਕਹਿਣ ਲੱਗੇ, ਨਾਨਕ ਦੀਨਾ ਨਾਥ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਜੋ ਦੀਨਾਂ ਦੇ ਗਰੀਬਾਂ ਦੇ ਨਾਥ ਮਾਲਕ ਹਨ, ਸੱਚੇ ਪਾਤਸ਼ਾਹ। ਸ੍ਰੀ ਮੁਖ ਵਾਕ। ਇਹ ਸਤਿਗੁਰੂ ਜੀ ਹੁਣ ਸ਼ਬਦ ਦਾ ਜਿਹੜਾ ਹੈ ਉਹ ਚੌਥਾ ਪਦ ਮਹਾਰਾਜ ਸਾਹਿਬ ਜੀ ਬਖਸ਼ਿਸ਼ ਕਰਦੇ ਆ। ਭੈ ਤੇਰੇ ਡਰ ਅਗਲਾ। ਮਹਾਰਾਜ ਕਹਿੰਦੇ ਆਪਾਂ ਦਾ ਜੀ ਤੇਰੇ ਤਾਈਂ ਹੁਣ ਡਰ ਦੀ, ਖੌਫ ਦੀ ਗੱਲ ਦੱਸਦੇ ਆ ਅਸੀਂ। ਮਹਾਰਾਜ ਕਹਿੰਦੇ ਡਰ ਤਾਂ ਭਾਈ ਮੌਤ ਦਾ ਸਭ ਨੂੰ ਹੁੰਦਾ ਪਾਂਦਾ ਜੀ, ਪਰ ਉਹ ਵਿਸਾਰ ਛੱਡਦੇ ਐ, ਚੇਤਾ ਹੀ ਨਹੀਂ ਕਰਦੇ ਹਨ। ਜਦੋਂ ਕਿਤੇ ਫਿਰ ਚੇਤਾ ਆਉਂਦਾ ਉਹਦਾ ਸੁੱਕਣੇ ਪੈ ਜਾਂਦੇ। ਜਿਵੇਂ ਜਹਾਂਗੀਰ ਨੂੰ ਮਹਾਰਾਜ ਦੱਸਤਾ ਸੀਗਾ ਕਿ ਤੈਂ ਮਰ ਜਾਣਾ 7 ਦਿਨਾਂ 'ਚ ਹੀ, ਉਹਨੂੰ ਸਭ ਭੁੱਲ ਗਿਆ ਸੀਗਾ। ਮਹਾਰਾਜ ਕਹਿੰਦੇ 7 ਦਿਨਾਂ ਬਾਅਦ ਜਦੋਂ ਆਇਆ ਕਿ ਜਹਾਂਗੀਰ ਤੈਨੂੰ ਕਿਸੇ ਵਕਾਰ ਦਾ ਫੁਰਨਾ ਫੁਰਿਆ? ਕਹਿੰਦਾ ਨਾ ਮਹਾਰਾਜ, ਅੱਲਾ ਨੂੰ ਚੇਤੇ ਕਰਦਾ ਰਿਹਾ, ਮੌਤ ਨੇ ਸੁਕਾਤਾ ਮਹਾਰਾਜ ਮੈਨੂੰ ਤਾਂ। ਸਤਿਗੁਰੂ ਜੀ ਕਹਿੰਦੇ ਆ ਤੇਰੇ ਤਾਈਂ ਭੈ ਤੇਰਾ ਡਰ ਅਗਲਾ। ਜਿਹੜੀ ਭੈ ਦੀ, ਖੌਫ ਦੀ ਗੱਲ ਹੈ ਨਾ ਪਾਂਦਾ ਜੀ, ਤੇਰੇ ਤਾਈਂ ਦੱਸਦੇ ਆ। ਇਹਨਾਂ ਨੂੰ ਡਰ ਤਾਂ ਮਹਾਰਾਜ ਕਹਿੰਦੇ ਮੌਤ ਦਾ ਸਭ ਨੂੰ ਹੁੰਦਾ ਹੈ, ਪਰ ਵਿਸਾਰ ਦਿੰਦੇ ਆ, ਮੌਤ ਦਾ ਡਰ ਭੁਲਾ ਦਿੰਦੇ ਹਨ। ਖੱਪ ਖੱਬ ਖੱਪ ਖੱਪ ਛਿਜੈ ਦੇਹ। ਤੇ ਵਿਕਾਰਾਂ ਵਿੱਚ ਖੱਪ ਖੱਪ ਕੇ, ਗਰਕ ਗਰਕ ਕੇ ਜਿਹੜੀ ਦੇਹ ਹੈ ਉਹ ਛਿਜਦੀ ਜਾਂਦੀ ਹੈ। ਕਾਮ ਕ੍ਰੋਧ ਕਾਇਆ ਕੋ ਗੱਲ ਹੈ,
ਜਿਉ ਕੰਚਨ ਸੁਹਾਗਾ ਢਾਲੈ। ਜਿਹੜੀ ਵਾਸ਼ਨਾ ਹੈ ਨਾ, ਉਹ ਦੇਹ ਇੰਨੀ ਖਪ ਜਾਂਦੀ ਹੈ ਕਿ ਉਮਰ ਤੋਂ ਪਹਿਲਾਂ ਹੀ ਅੱਖਾਂ ਦੀ ਜੋਤ ਚਲੀ ਜਾਂਦੀ ਹੈ, ਉਮਰ ਤੋਂ ਪਹਿਲਾਂ ਹੀ ਦੰਦ ਵੀ ਗਿਰ ਜਾਂਦੇ ਹੈ, ਉਮਰ ਤੋਂ ਪਹਿਲਾਂ ਕੇਸ ਵੀ ਚਿੱਟੇ ਹੋ ਜਾਂਦੇ ਹੈ। ਇਸੇ ਕਰਕੇ ਜਿਹੜਾ ਹੈ ਅੱਜ ਕੱਲ੍ਹ ਦੇ ਸਮੇਂ ਵਿੱਚ ਵਾਸ਼ਨਾ ਦਾ ਜਿਹੜਾ ਯੁੱਗ ਹੈ, ਵਾਸ਼ਨਾ ਪ੍ਰਧਾਨ ਹੈ, ਅਤੇ ਉਮਰਾਂ ਵੀ ਤਾਂ ਹੀ ਘਟ ਗਈ ਜੀਵ ਦੀ, ਇਸ ਕਰਕੇ ਕਿ ਉਮਰ ਤੋਂ ਪਹਿਲਾਂ ਹੀ ਬਿਰਧ ਅਵਸਥਾ ਆ ਜਾਂਦੀ ਹੈ। ਕਿਉਂਕਿ ਮਹਾਰਾਜ ਕਹਿੰਦੇ ਦੇਹ ਜਿਹੜੀ ਆ ਨਾ ਛਿੱਜ ਜਾਂਦੀ ਹੈ, ਨਾਸ਼ ਹੋ ਜਾਂਦੀ ਹੈ, ਕਿਉਂਕਿ ਵਿਕਾਰਾਂ ਵਿੱਚ ਹੀ ਖਪਦੇ ਰਹਿੰਦੇ ਆ ਹਰ ਵੇਲੇ, ਰਾਤ ਦਿਨ ਵਿਕਾਰਾਂ ਵਿੱਚ ਹੀ ਚਿੱਤ ਦੇ ਫੁਰਨੇ ਲੰਘਦੇ ਹੈ, ਜਿਸ ਕਰਕੇ ਕਿ ਦੇਹੀ ਵਿਨਾਸ਼ ਹੋ ਜਾਂਦੀ ਹੈ, ਦੇਹੀ ਪ੍ਰਣਾਮ ਭਾਵ ਨੂੰ ਜਲਦੀ ਪ੍ਰਾਪਤ ਹੁੰਦੀ ਹੈ, ਬਹੁਤ ਜਲਦੀ ਬਦਲਾਵ ਆਉਂਦਾ ਹੈ ਤੇ ਬੁਢੇਪਾ ਆ ਜਾਂਦਾ ਹੈ। ਨਾਮ ਜਿਨ੍ਹਾਂ ਸੁਲਤਾਨ ਖਾਨ, ਜਿਨ੍ਹਾਂ ਦੇ ਨਾਮ ਮਹਾਰਾਜ ਕਹਿੰਦੇ ਸੁਲਤਾਨ ਖਾਨ ਸੁਣਦੇ ਹੋ ਨਾ ਪਾਂਧਾ ਜੀ ਕਿ ਬੜਾ ਵੱਡਾ ਸੁਲਤਾਨ ਹੈ, ਬੜਾ ਵੱਡਾ ਖਾਨ ਸਾਹਿਬ ਹੈ। ਹੋਦੇ ਡਿੱਠੇ ਖੇਹ, ਮਹਾਰਾਜ ਕਹਿੰਦੇ ਸੁਆਹ ਵਿੱਚ ਖੇਹ ਹੋਏ ਅਸੀਂ ਵੇਖੇ ਆ, ਮਿੱਟੀ ਹੋਏ ਅਸੀਂ ਵੇਖੇ ਆ, ਖੇਹ ਦਾ ਸੁਆਹ ਦਾ ਢੇਰ ਹੋਏ ਵੇਖੇ ਆ। ਸੜ ਬਲ ਜਾਂਦਾ ਸੰਸਾਰ ਦੇ ਅੰਦਰ ਸਰੀਰ, ਫਿਰ ਦਫਨਾ ਦਿੱਤਾ ਜਾਂਦਾ ਹੈ ਸਰੀਰ, ਮਿੱਟੀ 'ਚ ਹੀ ਰਲ ਜਾਂਦੇ ਹਨ ਇਹ ਸਰੀਰ, ਇਹ ਦੇਹਾਂ। ਨਾਨਕ ਉੱਠੀ ਚੱਲਿਆ, ਸੱਚੇ ਪਾਤਸ਼ਾਹ ਜੀ ਕਹਿੰਦੇ ਉੱਠ ਕਰਕੇ ਭਾਈ ਚਲਿਆ ਜਾਂਦਾ ਹੈ ਜੀਵ, ਫਿਰ ਬੇਪਤ ਹੋਇਆ। ਸਭ ਕੂੜੇ ਟੁੱਟੇ ਨੇਹ, ਸਾਰੇ ਜਿਹੜੇ ਨੇਹ ਹਨ ਉਹ ਝੂਠੇ ਫਿਰ ਟੁੱਟ ਜਾਂਦੇ ਹੈ। ਜਿਨ੍ਹਾਂ ਨਾਲ ਬੜਾ ਪਿਆਰ ਕਰਦਾ ਉਹ ਸਾਰੇ ਨੇਹ ਤੋੜ ਕੇ ਤੁਰ ਪੈਂਦਾ ਹੈ। ਚੌਪਈ ਨਿਸਬਾਸੁਰ ਇਸ ਸਰਸ ਡਰਾਇਓ, ਤੇ ਇਹ ਇਸ ਪ੍ਰਕਾਰ ਜਿਹੜਾ ਅੰਤਰੀਵ ਅਰਥ ਵੀ ਪਹਿਲੀਆਂ ਦੋ ਪੰਕਤੀਆਂ ਦੇ ਹੋਰ ਵੀ ਹਨ, ਉਹ ਟੂਕ ਮਾਤਰ ਸਾਰੇ ਨਹੀਂ ਆਪਾਂ ਕਰਾਂਗੇ, ਕੇਵਲ ਟੂਕ ਮਾਤਰ ਪਹਿਲੀਆਂ ਜਿਹੜੀਆਂ ਪੰਕਤੀਆਂ ਭੈ ਤੇਰਾ, ਭੈ ਤੇਰਾ ਡਰ ਅਗਲਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਾਂਧਾ ਜੀ, ਜਿਨ੍ਹਾਂ ਨੂੰ ਵਾਹਿਗੁਰੂ ਦਾ ਅਗਲਾ ਬਹੁਤਾ ਡਰ ਪੈ ਜਾਂਦਾ ਹੈ ਨਾ ਪਰਮੇਸ਼ਰ ਦਾ ਮਨ ਦੇ ਅੰਦਰ, ਵਾਹਿਗੁਰੂ ਨੂੰ ਫਿਰ ਚੇਤੇ ਕਰਦੇ ਐ, ਨਾਮ ਜਪਦੇ ਐ, ਸਦਾ ਡਰ ਰੱਖਦੇ ਐ ਪਰਲੋਕ ਦਾ, ਤੇ ਡਰਦੇ ਹੋਏ ਭਜਨ ਵਿੱਚ ਲੱਗੇ ਰਹਿੰਦੇ ਐ। ਅਗਲਾ ਬਾਹਲਾ ਡਰ ਹੈ ਉਹਨਾਂ ਦੇ ਅੰਦਰ, ਭੈ ਪਿਆ ਤਨ ਖੀਣ ਹੋਏ। ਮਹਾਰਾਜ ਜੀ ਨੇ ਵਾਕ ਕਹੇ ਐ ਕਿ ਲੋਭ ਰਤ ਵਿੱਚੋਂ ਜਾਏ, ਇਹ ਫਿਰ ਲੋਭ ਦਾ ਰਤ ਖੂਨ ਅੰਦਰੋਂ ਨਾਸ਼ ਹੋ ਜਾਂਦਾ ਹੈ। ਵਾਹਿਗੁਰੂ ਦਾ ਭੈ ਬੜਾ ਉੱਤਮ ਹੈ, ਜਿਹਨੂੰ ਪੈ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਹਨ, ਖੱਪ ਖੱਪ ਛਿਜੈ ਦੇਹ, ਜਿਹੜੇ ਵਕਾਰ ਤੇ ਔਗਣ ਹਨ ਉਹਨਾਂ ਦੇ ਅੰਦਰੋਂ ਫਿਰ ਉਹ ਗਰਕ ਜਾਂਦੇ ਆ, ਭਾਵ ਖੱਪ ਕੇ ਛਿਜ ਜਾਂਦੇ ਆ, ਨਾਸ਼ ਹੀ ਹੋ ਜਾਂਦੇ। ਔਗਣ ਵਕਾਰ ਸਾਰੇ ਹੀ ਜਿਹੜੇ ਖਤਮ ਹੀ ਹੋ ਜਾਂਦੇ ਉਹਨਾਂ ਦੇ ਅੰਦਰੋਂ, ਜਿਨ੍ਹਾਂ ਨੂੰ ਵਾਹਿਗੁਰੂ ਦਾ ਡਰ ਪੈ ਜਾਂਦਾ ਹੈ। ਤੇ ਇਸ ਪ੍ਰਕਾਰ ਹੁਣ ਪੜੋ ਚੌਪਈ ਤੋਂ। ਚੌਪਈ ਨਿਸਬਾਸੁਰ ਇਸ ਸਰਸ ਡਰਾਇਓ, ਰਾਤ ਦਿਨ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਸ ਤਰ੍ਹਾਂ ਜੀਵ ਡਰਦਾ ਹੀ ਰਹਿੰਦਾ ਹੈ, ਡਰ ਤਾਂ ਉਹਦੇ ਅੰਦਰੋਂ ਨਿਕਲਦਾ ਹੀ ਨਹੀਂ। ਅਗਿਆਨੀ ਪੁਰਖ ਕਦੇ ਭੈ ਤੋਂ ਮੁਕਤ ਨਹੀਂ ਹੋ ਸਕਦਾ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਭੈ ਕਾਹੂ ਕੋ ਦੇਤ ਨਹਿ ਭੈ ਮਾਨ ਤੇ ਆਨ, ਕਹੋ ਨਾਨਕ ਸੁਨ ਰੇ ਮਨ ਗਿਆਨੀ ਤਾਹੇ ਬਖਾਨ। ਉਹਨੂੰ ਗਿਆਨੀ ਕਿਹਾ। ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਵਾਕ ਹੈ ਸੱਚੇ ਪਾਤਸ਼ਾਹ ਦੇ। ਮਹਾਰਾਜ ਕਹਿੰਦੇ ਆ ਬਹੁਤਾ ਡਰਦੇ ਆ ਗਿਆਨੀ ਪੁਰਖ, ਰਾਤ ਦਿਨ ਹੀ ਭੈ ਵਿੱਚ ਹੀ ਲੰਘਦੀ ਆ, ਡਰ ਵਿੱਚ ਹੀ ਲੰਘਦੀ ਆ। ਕਿਹੜਾ ਜਿਹੜਾ ਨਹੀਂ ਡਰਦਾ? ਸਭ ਇਹ ਸਮੱਗਰੀ ਜਿੰਨੀ ਵੀ ਹੈ ਸਾਰੀ ਸ੍ਰਿਸ਼ਟੀ ਇਹ ਡਰ 'ਚ ਹੀ ਵਿਆਪ ਰਹੀ ਹੈ। ਮੰਦ ਮਤੀ ਭਾ ਭੈ ਸੋ ਭੁਲਾਇਓ, ਪਰ ਮੰਦੀ ਮਤ ਕਰਕੇ ਜਿਹੜਾ ਨਾ ਉਹ ਭੈ ਜਮਾਂ ਦਾ ਭੁਲਾ ਹੀ ਦਿੱਤਾ ਕਿ ਨਰਕਾਂ ਵਿੱਚ ਸਜ਼ਾ ਮਿਲੇਗੀ। ਜਿਹੜਾ ਹੈ ਅੰਤ ਦੇ ਵੇਲੇ ਬੜਾ ਦੁਖੀ ਹੋਵਾਂਗਾ, ਪਾਪਾਂ ਵਿਕਾਰਾਂ ਕਰਕੇ ਜਿਹੜੇ ਦੁੱਖ ਭੋਗਣੇ ਪੈਣਗੇ। ਉਹ ਡਰ ਮਹਾਰਾਜ ਕਹਿੰਦੇ ਮੰਦੀ ਮਤ ਕਰਕੇ ਜੀਵ ਭੁਲਾ ਛੱਡਦਾ ਏ। ਛਿਨ ਛਿਨ ਆਯੁਰ ਬੀਤਤ ਜਾਈ, ਤੇ ਛਿਨ ਛਿਨ ਦੀ ਸੰਗਿਆ ਕਰਕੇ ਜਿਹੜੀ ਆਜੂ ਹੈ ਉਹ ਫਿਰ ਬਤੀਤ ਹੁੰਦੀ ਜਾਂਦੀ ਹੈ। ਦਿਨ ਦਿਨ ਦੇਹ ਦਸ਼ਾ ਪਲਟਾਈ, ਦਿਨ ਪ੍ਰਤੀ ਜੋ ਦਿਨ ਆਵੈ ਸੋ ਦਿਨ ਜਾਹੀ, ਕਰਣਾ ਕੂਚ ਰਹਿਣ ਥਿਰ ਨਾਹੀ, ਸੰਗ ਚਲਤ ਹੈ ਹਮ ਪੀ ਚਲਣਾ, ਦੂਰ ਗਵਨ ਸਿਰ ਉਪਰ ਮਰਨਾ। ਇਉਂ ਮਹਾਰਾਜ ਕਹਿੰਦੇ ਦਿਨ ਤੇ ਪਹਿਰ ਤੇ ਘਰੀਆਂ, ਆਵ ਘਟੈ ਤਨ ਛੀਜੈ, ਕਾਲ ਅਹੇਰੀ ਫਿਰੈ ਬਦਕ ਜਿਉ, ਕਹੋ ਕਵਨ ਬਿਦ ਕੀਜੈ। ਸੋ ਦਿਨ ਆਵਨ ਲਾਗਾ, ਮਾਤ ਪਿਤਾ ਭਾਈ ਸੁਤ ਬਨਤਾ,
ਕਹੋ ਕਉ ਹੈ ਕਾ ਇਉਂ ਹਜੂਰ ਫਰਮਾਉਂਦੇ ਆ। ਦਿਨ ਦਿਨ ਦੇਹ ਦਸ਼ਾ ਪਲਟਾਈ। ਦਿਨ ਪ੍ਰਤੀ ਮਹਾਰਾਜ ਕਹਿੰਦੇ ਜਿਹੜੀ ਦੇਹ ਦੀ ਦਸ਼ਾ ਹੈ ਨਾ, ਹਾਲਤ, ਇਹ ਪਲਟਦੀ ਜਾਂਦੀ, ਭਾਵ ਬਦਲਦੀ ਜਾਂਦੀ ਹੈ। ਵਿਸ਼ਿਆਨ ਮਹਿ ਖਪ ਬਹੁ ਕਰ ਨੇਹਾ। ਤੇ ਵਿਸ਼ਿਆਂ ਦੇ ਵਿੱਚ ਖਪਦਾ ਰਹਿੰਦਾ ਜੀਵ ਬਹੁਤਾ ਨੇਹ ਪ੍ਰੇਮ ਕਰਕੇ। ਅੰਤ ਕਾਲ ਮਹਿ ਚੀਜਤ ਦੇਹਾ। ਤੇ ਅੰਤ ਸਮੇਂ ਫਿਰ ਜਦੋਂ ਮੌਤ ਦਾ ਸਮਾਂ ਆਉਂਦਾ ਹੈ, ਦੇਹ ਫਿਰ ਛਿਜ ਜਾਂਦੀ ਹੈ, ਦੇਹ ਮੁੱਕ ਜਾਂਦੀ ਹੈ। ਜਦੋਂ ਮੌਤ ਦਾ ਕਾਲ ਆਉਂਦਾ, ਅੰਤ ਦਾ ਕਾਲ ਆਉਂਦਾ ਏ, ਨਾਉ ਖਾਨ ਸੁਲਤਾਨ ਪਨੇਹੀ। ਜਿਨ੍ਹਾਂ ਦਾ ਨਾਮ ਸੁਲਤਾਨ ਸਾਹਿਬ ਕਿਹਾ ਜਾਂਦਾ ਹੈ, ਖਾਨ ਸਾਹਿਬ ਕਿਹਾ ਜਾਂਦਾ ਏ, ਦ੍ਰਿਸ਼ਟਾਵਤ ਹੈ ਮਿਲਤੇ ਖੇਹੀ। ਉਹ ਫਿਰ ਦਿਸਦੇ ਆ। ਮਹਾਰਾਜ ਕਹਿੰਦੇ ਅੱਖਾਂ ਨਾਲ ਖੇਚ ਮਿਲੇ ਹੋਏ ਉਹ ਮਿੱਟੀ ਵਿੱਚ ਹੀ ਮਿਲ ਜਾਂਦੇ ਆ। ਕਿੱਥੇ ਰਹਿ ਜਾਂਦੀਆਂ ਸਰਦਾਰੀਆਂ, ਸਭ ਕੁਝ ਖਤਮ ਹੋ ਜਾਂਦਾ ਏ। ਪੂਰੋ ਨੇਹੋ ਦੇਹ ਧਨ ਜੋ। ਮਹਾਰਾਜ ਕਹਿੰਦੇ ਝੂਠਾ ਹੈ ਪ੍ਰੇਮ ਦੇਹ ਦਾ ਅਤੇ ਧਨ ਦਾ। ਜਿਹੜਾ ਪ੍ਰੇਮ ਹੈ ਨਾ, ਇਹ ਝੂਠਾ ਹੈ। ਛੋੜ ਚੱਲਿਓ ਬਸ ਚਲਤ ਨਾ ਕੋ। ਛੱਡ ਚੱਲਦਾ ਹੈ ਜੀਵ, ਕੋਈ ਵੀ ਬਸ ਫਿਰ ਚੱਲਦਾ ਨਹੀਂ ਹੈ ਜਦੋਂ ਦੇਹ ਛੁੱਟਦੀ ਹੈ। ਨਹਿ ਜਾਵਹਿ ਇਹ ਸੰਗ ਅਗਾਰੀ। ਨਹੀਂ, ਮਹਾਰਾਜ ਕਹਿੰਦੇ ਨਾਲ ਅੱਗੇ ਜਾਂਦੀ ਦੇਹ ਤੇ ਨਹੀਂ ਅੱਗੇ ਜਾਂਦਾ ਨਾਲ ਧਨ। ਜਿਨਹ ਹੇਤ ਨਿਜ ਬਾਜੀ ਹਾਰੀ। ਜਿਨ੍ਹਾਂ ਵਾਸਤੇ ਆਪਣੀ ਮਨੁੱਖਾ ਜਨਮ ਦੀ ਬਾਜੀ ਹਾਰ ਜਾਂਦਾ ਹੈ, ਉਹ ਅੱਗੇ ਨਾਲ ਚੱਲਦਾ ਹੀ ਨਹੀਂ ਕੁਝ ਵੀ। ਦੋਹਰਾ ਗਿਆਨਹੀਨ ਅਗਿਆਨ ਮਹਿ। ਮਹਾਰਾਜ ਕਹਿੰਦੇ ਗਿਆਨ ਤੋਂ ਹੀਣਾ ਜਿਹੜਾ ਮਨੁੱਖ ਅਗਿਆਨ ਦੇ ਵਿੱਚ ਨਹਿ ਜਾਣਹਿ ਨਿਜ ਕਾਲ। ਨਹੀਂ ਜਾਣਦਾ ਆਪਣੇ ਮੌਤ ਦਾ ਸਮਾਂ, ਭੁਲਾ ਹੀ ਬੈਠਦਾ ਹੈ, ਆਪਣੇ ਆਪ ਨੂੰ ਅਮਰ ਸਮਝਦਾ ਹੈ। ਅਮਰ ਜਾਨ ਸੰਚੀ ਇਹ ਕਾਇਆ, ਤੇ ਇਸ ਕਾਇਆ ਨੂੰ ਪਾਲਦਾ ਅਮਰ ਜਾਣ ਕਰਕੇ ਕਿ ਸਦਾ ਰਹਾਂਗਾ। ਨੈਣਹੀਨ ਜਿਉ ਜਾਤ ਹੈ। ਜਿੱਦਾਂ ਮਹਾਰਾਜ ਕਹਿੰਦੇ ਭਾਈ ਅੰਨਾ ਹੋਵੇ ਕੋਈ ਅੱਖਾਂ ਤੋਂ ਬਿਨਾ, ਉਹ ਜਿਵੇਂ ਚਲਿਆ ਜਾ ਰਿਹਾ ਹੋਵੇ। ਸਾਮੋਹੇ ਸਰਪ ਵਿਸਾਲ। ਵੱਡਾ ਸਰਪ ਜਿਹੜਾ ਅਸਰਾਲ ਸਾਹਮਣੇ ਹੋਵੇ ਤੇ ਉਹਦੇ ਸਾਹਮਣੇ ਚਲਿਆ ਜਾ ਰਿਹਾ ਹੋਵੇ, ਅੱਖਾਂ ਤੋਂ ਦਿਸਦਾ ਨਾ ਹੋਵੇ। ਚਾਉ ਪਈ ਕਰੁਣਾ ਕਰ ਸਤਿਗੁਰ ਜਿਸ ਭੇਟੈ। ਤੇ ਜਿਹਦੇ ਉੱਤੇ ਮੇਰਾ ਫਿਰ ਵਾਹਿਗੁਰੂ ਕਿਰਪਾ ਕਰਦਾ ਹੈ ਨਾ, ਉਹਨੂੰ ਫਿਰ ਸਤਿਗੁਰੂ ਜੀ ਦਾ ਮਿਲਾਪ ਕਰਾ ਦਿੰਦਾ ਹੈ। ਵਾਹਿਗੁਰੂ ਜੀ ਇਉਂ ਕਿਰਪਾ ਕਰਦੇ ਆ ਕਿ ਸਤਿਗੁਰੂ ਜੀ ਦਾ ਮਿਲਾਪ ਮਸਤਕ ਦੇ ਉੱਤੇ ਲੇਖ ਪਾ ਦਿੰਦੇ ਆ। ਤਿਹ ਕੋ ਲੱਗੇ ਨਾ ਜਮ ਕੀ ਫੇਟੈ। ਉਹਨੂੰ ਫਿਰ ਜਮ ਦੀ ਚੋਟ ਨਹੀਂ ਮਹਾਰਾਜ ਲੱਗਣ ਦਿੰਦੇ, ਜਿਹੜਾ ਪੂਰੇ ਗੁਰੂ ਜੀ ਦੀ ਸ਼ਰਨ ਪੈ ਜਾਂਦਾ ਏ। ਕਰ ਉਪਦੇਸ਼ ਗਿਆਨ ਦੇ ਨੈਣਾ। ਤੇ ਉਹਨੂੰ ਉਪਦੇਸ਼ ਕਰਕੇ ਗਿਆਨ ਰੂਪੀ ਨੇਤਰ ਫਿਰ ਗੁਰੂ ਸਾਹਿਬ ਜੀ ਦੇ ਦਿੰਦੇ ਆ। ਸਰਪ ਕਾਲ ਕੋ ਕਬ ਤਿਹ ਭੈ ਨਾ। ਮੌਤ ਰੂਪੀ ਸੱਪ ਦਾ ਫਿਰ ਉਹਨੂੰ ਕਦੇ ਵੀ ਭੈ ਨਹੀਂ ਹੁੰਦਾ, ਡਰ ਨਹੀਂ ਹੁੰਦਾ। ਫਿਰ ਕਿਉਂਕਿ ਅੱਖਾਂ ਨਾਲ ਦਿਸ ਪੈਂਦਾ ਨਾ, ਇਹ ਗਿਆਨ ਰੂਪੀ ਨੇਤਰ ਗੁਰੂ ਸਾਹਿਬ ਦੇ ਦਿੰਦੇ ਆ। ਲਾਗੀ ਨਾਮ ਵਿਖੈ ਲਿਵ ਮਨ ਕੀ। ਮਨ ਦੀ ਜਿਹੜੀ ਸੁਰਤ ਹੈ ਫਿਰ ਨਾਮ ਵਿੱਚ ਲੱਗ ਜਾਂਦੀ ਹੈ। ਚਿਤ ਤੇ ਪ੍ਰੀਤ ਤਜੀ ਤਨ ਧਨ ਕੀ। ਤੇ ਚਿੱਤ ਤੋਂ ਤਨ ਦੀ ਅਤੇ ਧਨ ਦੀ ਪ੍ਰੀਤ ਫਿਰ ਉਹ ਤਜ ਦਿੰਦਾ, ਛੱਡ ਦਿੰਦਾ ਹੈ। ਉਹਨੂੰ ਝੂਠੇ ਤਨਾਂ ਨਾਲ, ਸਰੀਰਾਂ ਨਾਲ ਪ੍ਰੇਮ ਮੋਹ ਨਹੀਂ ਰਹਿ ਜਾਂਦਾ। ਫਿਰ ਇਹ ਝੂਠੀ ਮਾਇਆ ਨਾਲ ਉਸ ਦਾ ਮੋਹ ਨਹੀਂ ਰਹਿ ਜਾਂਦਾ। ਪਰਮਾਰਥ ਮਹਿ ਦ੍ਰਿਸ਼ਟ ਲਗਾਈ। ਉਹ ਮੁਕਤੀ ਦੇ ਰਾਹ ਦੇ ਉੱਤੇ ਆਪਣੀ ਦ੍ਰਿਸ਼ਟੀ ਲਾ ਦਿੰਦਾ, ਪਰਮਾਰਥ ਦੇ ਰਸਤੇ ਤੇ ਆਪਣੀ ਨਿਗਾਹ ਲਾਉਂਦਾ ਹੈ ਕਿ ਮਨਾ ਇੱਕ ਦਿਨ ਇਸ ਸੰਸਾਰ ਛੱਡ ਕੇ ਚਲੇ ਜਾਣਾ। ਵਾਹਿਗੁਰੂ ਦਾ ਨਾਮ ਜਪੀਏ, ਬੰਦਗੀ ਕਰੀਏ। ਉਹ ਪਰਮਾਰਥ ਵਾਸਤੇ ਆਪਣੀ ਦ੍ਰਿਸ਼ਟੀ ਲਗਾਉਂਦਾ ਹੈ। ਜਗ ਕਾਰਜ ਤੇ ਬ੍ਰਿਤ ਉਠਾਈ। ਤੇ ਜਗਤ ਦੇ ਕਾਰਜਾਂ ਤੋਂ ਆਪਣੀ ਬਿਰਤੀ ਹੀ ਉਠਾ ਲੈਂਦਾ ਹੈ। ਸਰੀਰ ਕਰਕੇ ਵਿਵਹਾਰ ਕਰਦਾ ਹੈ, ਮਨ ਕਰਕੇ ਵਿਵਹਾਰ ਨਹੀਂ ਸੰਸਾਰ ਦਾ ਕਰਦਾ। ਮਨ ਕਰਕੇ ਪ੍ਰਭੂ ਦਾ ਨਾਮ ਜਪਦਾ ਏ। ਦੇਹ ਆਦਿਕ ਮਿਥਿਆ ਸਭ ਜਾਣੇ। ਦੇਹ ਆਦਿਕ ਸਭ ਕੁਝ ਹੀ ਉਹ ਮਿਥਿਆ ਝੂਠ ਜਾਣ ਲੈਂਦਾ ਏ। ਵਿਸ਼ੈ ਬਾਸ਼ਨਾ ਮਨ ਬਿਸਰਾਨੇ। ਵਿਸ਼ਿਆਂ ਦੀਆਂ ਵਾਸ਼ਨਾਵਾਂ ਮਨ ਤੋਂ ਭੁੱਲ ਜਾਂਦੀਆਂ ਨੇ। ਨਿਜ ਸਰੂਪ ਜੋ ਭਇਓ ਭੁਲਾਵਾ। ਜਿਹੜਾ ਨਿਜ ਸਰੂਪ ਦਾ ਭੁਲਾਵਾ ਭੁਲੇਖਾ ਪੈ ਗਿਆ ਭਰਮ ਕਰਕੇ, ਤਿਹ ਜਾਣਨ ਕੋ ਚਿਤ ਲਲਚਾਵਾ। ਉਸ ਸਰੂਪ ਨੂੰ ਜਾਣਨ ਵਾਸਤੇ, ਆਪਣੇ ਨਿਜ ਸਰੂਪ ਨੂੰ ਜਾਣਨ ਲਈ ਮਨ ਫਿਰ ਲਲਚਾ ਉੱਠਦਾ ਹੈ। ਬਹੁਤ ਇੱਛਾ ਜਾਗ ਪੈਂਦੀ ਹੈ, ਮੈਂ ਜਾਣਾ ਕਿ ਮੈਂ ਕੌਣ ਹਾਂ। ਦੋਹਰਾ
ਸਤ ਸੰਗਤ ਕੇ ਸੰਗ ਤੇ ਸਤ ਸੰਗਤ ਦੇ ਮਹਾਰਾਜ ਕਹਿੰਦੇ ਕਰਨ ਨਾਲ ਡਿਡ ਹੋਇਓ ਅਭਿਆਸ ਇਹ ਜਿਹੜਾ ਅਭਿਆਸ ਹੈ ਨਾ ਭਜਨ ਦਾ ਇਹ ਦ੍ਰਿੜ ਹੋ ਜਾਂਦਾ, ਪੱਕਾ ਹੋ ਜਾਂਦਾ ਏ। ਗਇਓ ਭੁਲਾਵਾ ਭਰਮ ਕਾ ਫਿਰ ਭਰਮ ਦਾ ਭੁਲੇਖਾ ਜਿਹੜਾ ਪਿਆ ਹੋਇਆ ਹੈ, ਉਹ ਚਲਿਆ ਜਾਂਦਾ ਏ। ਸਹਿਜ ਸੁਖਾਹੇ ਪ੍ਰਕਾਸ਼ ਸੁਤੇ ਸਿੱਧ ਹੀ ਅੰਦਰ ਫਿਰ ਆਪਣੇ ਆਪ ਹੀ ਪ੍ਰਕਾਸ਼ ਹੋ ਜਾਂਦਾ ਹੈ। ਨਾਮ ਦਾ ਪ੍ਰਕਾਸ਼ ਮਹਾਰਾਜ ਕਹਿੰਦੇ ਅੰਦਰ ਹੋ ਜਾਂਦਾ ਏ। ਚਉਪਈ ਦੇਹ ਦੁਖੀ ਤੇ ਦੁਖ ਨਹਿ ਮਾਨਹਿ ਜੇ ਦੁਖੀ ਹੋਵੇ ਤੇ ਤਾਂ ਵੀ ਉਹ ਦੁੱਖ ਨਹੀਂ ਫਿਰ ਮੰਨਦੇ। ਦੇਹ ਨੂੰ ਕਿਸੇ ਪ੍ਰਕਾਰ ਕਸ਼ਟ ਹੋਵੇ ਵੀ, ਪਰ ਜਿਹੜੇ ਐਸੇ ਪ੍ਰੀਤ ਵਾਲੇ ਭਗਤ ਹੁੰਦੇ ਜਿਹਦੇ ਅੰਦਰ ਪ੍ਰਕਾਸ਼ ਹੋ ਜਾਂਦਾ ਨਾ, ਨਿਜ ਸਰੂਪ ਨੂੰ ਜਾਣ ਲੈਂਦੇ ਆ, ਕਿਉਂਕਿ ਉਸ ਸਰੂਪ ਵਿੱਚ ਦੁੱਖ ਹੈ ਨਹੀਂ। ਇਸ ਕਰਕੇ ਦੇਹ ਦੇ ਦੁਖੀ ਹੋਣ ਨਾਲ ਦੁਖੀ ਨਹੀਂ ਉਹ ਹੁੰਦੇ। ਅਨਕ ਬਿਲਾਸਨ ਸੁਖ ਨਹਿ ਜਾਣਹਿ ਬਹੁਤੇ ਵਿਸ਼ੇ ਸੁਖ ਹੋਣ ਤਾਂ ਵੀ ਸੁਖ ਨਹੀਂ ਜਾਣਦੇ। ਸੰਸਾਰ ਦੇ ਸੁੱਖਾਂ ਦੇ ਵਿੱਚ ਰਹਿੰਦੇ ਹੋਏ ਵੀ ਉਹਨਾਂ ਨੂੰ ਸੁਖ ਰੂਪ ਨਹੀਂ ਸਮਝਦੇ ਹਨ। ਥਿਰਤਾ ਪਾਏ ਨਾ ਡੋਲੇ ਸੋ ਸਥਿਰਤਾ ਪਾ ਲੈਂਦੇ, ਅਸਥਿਤੀ ਪਾ ਲੈਂਦੇ, ਕਦੇ ਵੀ ਡੋਲਦੇ ਨਹੀਂ ਭਜਨ ਵਿੱਚ ਚਿੱਤ ਜੋੜਨ ਵਾਲੇ। ਰਹੇ ਏਕ ਰਸ ਦਵੈਤ ਹੈ ਖੋ ਇੱਕ ਰਸ ਸਦਾ ਰਹਿੰਦੇ ਐ, ਦਵੈਤ ਉਹ ਅੰਦਰੋਂ ਖੋ ਲੈਂਦੇ ਐ, ਨਾਸ਼ ਕਰ ਲੈਂਦੇ ਐ। ਜਨਮ ਮਰਨ ਤਿਨ ਤੇ ਛੁੱਟ ਗਏ ਜੰਮਣਾ ਮਰਨਾ ਉਹਨਾਂ ਨੂੰ ਫਿਰ ਛੁੱਟ ਜਾਂਦਾ ਹੈ, ਜੰਮਣ ਮਰਨ ਤੋਂ ਬਾਹਰੇ ਹੋ ਜਾਂਦੇ ਹਨ। ਹਰ ਪਦ ਪਾਏ ਮੁਕਤ ਸੋ ਭਏ ਵਾਹਿਗੁਰੂ ਦੇ ਸਰੂਪ ਦੀ ਪਦਵੀ ਪਾ ਕਰਕੇ ਮੁਕਤ ਹੋ ਜਾਂਦੇ ਹਨ। ਅਸ ਬਿਦ ਪਾਂਦਾ ਹਿਰਦੈ ਤਰੀਜੈ ਇਹ ਪਾਂਦਾ ਜੀ ਇਸ ਤਰੀਕੇ ਨਾਲ ਗਿਆਨ ਆਪਣੇ ਹਿਰਦੇ ਵਿੱਚ ਧਾਰਨ ਕਰ ਲਓ। ਤਨ ਅਭਿਮਾਨ ਨਾ ਮੂਲ ਕਰੀਜੈ ਮੂਲੋਂ ਉੱਕਾ ਹੀ ਤਨ ਦਾ ਸਰੀਰ ਦਾ ਅਭਿਮਾਨ ਹੰਕਾਰ ਨਾ ਕਰਨਾ ਕਰੋ। ਹਰ ਸਿਮਰਨ ਕਰ ਆਪਾ ਹਰੀਏ ਹਰੀ ਦਾ ਵਾਹਿਗੁਰੂ ਦਾ ਸਿਮਰਨ ਕਰਕੇ ਆਪਣੇ ਆਪੇ ਨੂੰ ਹੰਕਾਰ ਨੂੰ ਨਾਸ਼ ਕਰਨਾ ਕਰੀਏ। ਹਰ ਬਿਨ ਅਨੰਤ ਦ੍ਰਿਸ਼ਟ ਨਹਿ ਧਰੀਏ ਵਾਹਿਗੁਰੂ ਤੋਂ ਬਿਨਾ ਹੋਰ ਕਿਸੇ ਦੇ ਉੱਤੇ ਆਪਣੀ ਦ੍ਰਿਸ਼ਟੀ ਨਿਗਾਹ ਨਾ ਜਿਹੜੀ ਨਹੀਂ ਧਾਰਨ ਕਰਨੀ ਚਾਹੀਦੀ। ਸਾਰੇ ਕਾਰਜਾਂ ਦੇ ਕਰਨ ਵਾਲਾ ਵਾਹਿਗੁਰੂ ਨੂੰ ਸਮਝਣਾ ਚਾਹੀਏ। ਦੁਰਲਭ ਨਰ ਤਨ ਕਰਹੁ ਸਕਾਰਥ ਇਹ ਦੁਰਲਭ ਹੈ ਮਨੁੱਖਾ ਸਰੀਰ, ਇਸ ਨੂੰ ਸਫਲਿਆ ਕਰਨਾ ਚਾਹੀਦਾ ਭਜਨ ਕਰਕੇ। ਪੁੰਨ ਨਾ ਜਨਮ ਪਾਵੇ ਪਰਮਾਰਥ ਤੇ ਫਿਰ ਜਨਮ ਨਹੀਂ ਪਾਓਗੇ, ਪਰਮਾਰਥ ਭਾਵ ਮੁਕਤ ਜਿਹੜੀ ਹੈ ਨਾ ਉਹ ਪ੍ਰਾਪਤ ਹੋ ਜਾਵੇਗੀ। ਦੋਹਰਾ ਸੁਨ ਪਾਦਾ ਪਾਇਨ ਪਰਾ ਜਦੋਂ ਮਹਾਰਾਜ ਦੇ ਐਸੇ ਬਚਨ ਸੁਣੇ, ਪਾਂਦਾ ਜੀ ਹਜੂਰ ਦੇ ਚਰਨੀ ਪੈ ਗਏ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਵੇਖ ਲਓ, ਵਸ਼ਿਸ਼ਟ ਜੀ ਦੇ ਚਰਨੀ ਸ਼੍ਰੀ ਰਾਮਚੰਦਰ ਜੀ ਲੱਗਦੇ ਰਹੇ ਐ, ਸੰਦੀਪਨ ਜੀ ਦੇ ਚਰਨੀ ਸ਼੍ਰੀ ਕ੍ਰਿਸ਼ਨ ਜੀ ਲੱਗਦੇ ਰਹੇ ਐ। ਇੱਕੋ ਇੱਕ ਵਾਹਦ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਜਿਨ੍ਹਾਂ ਕੋਲ ਹਜੂਰ ਨੂੰ ਪੜ੍ਹਨੇ ਪਾਇਆ ਸੀ ਨਾ, ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੜ੍ਹਾਉਣ ਵਾਲੇ ਪਾਂਦਾ ਜੀ ਇੱਕਦਮ ਸਤਿਗੁਰਾਂ ਦੇ ਚਰਨਾਂ ਨਾਲ ਲਿਪਟ ਗਏ। ਜਦੋਂ ਮਹਾਰਾਜ ਜੀ ਨੇ ਐਸਾ ਉਪਦੇਸ਼ ਦਿੱਤਾ, ਗਰੀਬ ਨਿਵਾਜ ਜੀ ਨੇ ਪਾਂਦਾ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਏ, ਹਜੂਰ ਦੇ ਚਰਨ ਪਕੜ ਲਏ। ਹਉ ਸੰਬੰਧ ਮਤ ਮੰਦ ਪਾਂਦਾ ਜੀ ਨੂੰ ਜਦੋਂ ਹੋਸ਼ ਆ ਗਈ, ਸੋਝੀ ਆ ਗਈ, ਕਹਿਣ ਲੱਗੇ ਮਹਾਰਾਜ ਮੈਂ ਤੇ ਸਹਿਤ ਬੰਧਨਾਂ ਦੇ ਆ ਸੱਚੇ ਪਾਤਸ਼ਾਹ। ਗਰੀਬ ਨਿਵਾਜ ਮੰਦੀ ਮਤ ਵਾਲਾ ਹਾਂ ਮੈਂ, ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਉਹ ਅਰਜ਼ੋਈ ਕੀਤੀ ਹੈ ਪਾਂਦਾ ਜੀ ਨੇ। ਲਖੀ ਨਾ ਤੁਵ ਗਤ ਜਾਵਹੀ ਮਹਾਰਾਜ ਤੁਹਾਡੀ ਗਤ ਜਿਹੜੀ ਹੈ ਮਰਿਆਦਾ ਉਹ ਤਾਂ ਜਾਣੀ ਨਹੀਂ ਜਾ ਰਹੀ। ਭਾ ਅਵਤਾਰ ਮੁਕੰਦ ਮਹਾਰਾਜ ਮੁਕਤੀ ਦਾਤਾ ਹੋ ਆਪ, ਅਵਤਾਰ ਧਾਰਨ ਕੀਤਾ ਹੈ ਆਪ ਨੇ। ਜਾਉ ਪਈ ਬਦਨ ਗਿਰਾ ਤਬ ਜਿਉ ਕਰ ਵਾਰਾ ਮਹਾਰਾਜ ਆਪ ਜੀ ਦੇ ਮੁਖ ਤੋਂ ਨਿਕਲੀ ਹੋਈ ਬਾਣੀ ਜਿਹੜੀ ਹੈ ਨਾ ਸੱਚੇ ਪਾਤਸ਼ਾਹ, ਇਹ ਤਾਂ ਤਲਵਾਰ ਦੀ ਨਿਆਈ ਹੈ। ਗਿਆਨ ਸਾਨ ਪਰ ਤੇ ਖਰ ਧਾਰਾ ਤੇ ਗਿਆਨ ਰੂਪੀ ਸਾਣ ਦੇ ਉੱਤੇ ਲਾਈ ਹੋਈ ਧਾਰਾ ਇਹਦੀ ਬੜੀ ਤਿੱਖੀ ਹੈ। ਭਗਤ ਮੁਸ਼ਟ ਕੇ ਸੰਗ ਜਟੀ ਸੋ ਪ੍ਰੇਮਾ ਭਗਤੀ ਰੂਪੀ ਜਿਹੜਾ ਕਬਜ਼ਾ ਹੈ ਨਾ ਮੁੱਠ, ਇਹ ਜੜੀ ਹੋਈ ਹੈ। ਦਿੜ ਬੈਰਾਗ ਆਕਾਰ ਘਟੀ ਸੋ ਜਿਹੜਾ ਵੱਡਾ ਆਕਾਰ ਹੈ ਇਸ ਤਲਵਾਰ ਦਾ ਸ੍ਰੀ ਸਾਹਿਬ ਦਾ,
ਇਹ ਬੈਰਾਗ ਦੀ ਦ੍ਰਿੜਤਾ ਵਾਲਾ ਵੱਡਾ ਆਕਾਰ ਹੈ। ਜੋ ਸੂਰਾ ਇਸ ਸਨਮੁਖ ਧਾਵਹਿ ਜਿਹੜਾ ਸੂਰਬੀਰ ਇਹਦੇ ਸਾਹਮਣੇ ਆਵੇਗਾ ਮਹਾਰਾਜ, ਐਸੀ ਤੇਜ ਧਾਰ ਸ੍ਰੀ ਸਾਹਿਬ ਦੇ ਸਾਹਮਣੇ, ਅੰਗ ਅਗਿਆਨ ਤਾਹੇ ਕਟ ਜਾਵਹਿ ਉਹਦਾ ਅਗਿਆਨ ਦਾ ਅੰਗ ਕੱਟਿਆ ਜਾਵੇਗਾ। ਨਿਜ ਸਰੂਪ ਕੀ ਲਖਤਾ ਹੋਈ ਉਹ ਆਪਣੇ ਨਿਜ ਸਰੂਪ ਦੀ ਲਖਤਾ ਪਾ ਲਵੇਗਾ, ਉਹਨੂੰ ਆਪਣੇ ਆਪੇ ਦਾ ਪਤਾ ਚੱਲ ਜਾਵੇਗਾ। ਦੇਹ ਭਟ ਮਿਲਿਓ ਸੁਰਗ ਸੁਖ ਸੋਈ ਉਹ ਸੂਰਬੀਰ ਫਿਰ ਸੱਚਖੰਡ ਵਿੱਚ ਜਾ ਮਿਲੇਗਾ ਆਤਮਿਕ ਸੁੱਖ ਨੂੰ ਪਾ ਕਰਕੇ। ਵਿਸ਼ੈ ਫਸੇ ਕਾਤੁਰ ਡਰ ਪਾਹੀ ਜਿਹੜੇ ਵਿਸ਼ਿਆਂ ਵਿੱਚ ਫਸੇ ਹੋਏ ਐ, ਆਪ ਦੇ ਉਪਦੇਸ਼ ਨੂੰ ਨਹੀਂ ਧਾਰਨ ਕਰਨਗੇ, ਉਹ ਕਾਇਰਾਂ ਦੀ ਵਾਂਗੂ, ਜਿਹੜੇ ਕਾਇਰ ਡਰ ਜਾਂਦੇ ਨਾ, ਯੁੱਧ ਵਿੱਚ ਸਾਹਮਣੇ ਨਹੀਂ ਆਉਂਦੇ ਹਨ। ਮਹਾਰਾਜ ਉਹ ਕਾਇਰ ਹੀ ਹੈ ਜਿਹੜੇ ਡਰਦੇ ਹਨ। ਉਹ ਆਪ ਜੀ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਰੂਪੀ ਸ੍ਰੀ ਸਾਹਿਬ ਦੇ ਸਾਹਮਣੇ ਨਹੀਂ ਆਉਂਦੇ ਹਨ। ਬੇਮੁਖ ਭਏ ਨਹਿ ਧੀਰ ਧਾਰਿ ਧਰਾਹੀ ਉਹ ਬੇਮੁਖ ਹੋ ਗਏ ਆ, ਧੀਰਜ ਨਹੀਂ ਆਪਣੇ ਅੰਦਰ ਧਾਰਦੇ ਹਨ। ਗਇਓ ਲੋਕ ਪਰਲੋਕ ਬਿਗਾਰਾ ਉਹਨਾਂ ਦਾ ਫਿਰ ਲੋਕ ਤੇ ਪਰਲੋਕ ਵਿਗੜ ਗਿਆ, ਇਸ ਸੰਸਾਰ ਤੋਂ ਚਲੇ ਗਏ, ਲੋਕ ਵੀ ਨਾਸ਼ ਕਰ ਗਏ, ਪਰਲੋਕ ਵੀ ਵਿਗੜ ਗਿਆ, ਮਾਰ ਪਈ ਉੱਥੇ ਵੀ। ਰਣ ਤਨ ਮਾਨੁਖ ਪਿਛ ਪਗ ਧਾਰਾ ਜਿਹੜਾ ਇਹ ਰਣ ਖੇਤਰ ਕਿਹੜਾ ਹੈ? ਮਨੁੱਖਾ ਸਰੀਰ ਰੂਪੀ ਜੰਗ ਦੇ ਖੇਤ ਤੋਂ ਉਹਨਾਂ ਨੇ ਪਿਛਲਾ ਪੈਰ ਪਾ ਲਿਆ, ਭਾਵ ਪੈਰ ਪਿੱਛੇ ਕਰ ਲਿਆ ਹੈ। ਇੱਥੇ ਸਾਹਮਣੇ ਪੈਰ ਜਿਹੜਾ ਜੰਗ ਦੇ ਵਿੱਚ ਕੀ ਕਰਨਾ? ਸੱਚੇ ਪਾਤਸ਼ਾਹ ਦੇ ਨਾਮ ਨਾਲ ਪ੍ਰੀਤ ਕਰਨੀ, ਗੁਰੂ ਜੀ ਦੇ ਉਪਦੇਸ਼ ਦੇ ਸਨਮੁਖ ਹੋਣਾ। ਤੇ ਜਦੋਂ ਸਤਿਗੁਰਾਂ ਦੇ ਉਪਦੇਸ਼ ਦੇ ਸਨਮੁਖ ਹੋਈਏ, ਮਹਾਰਾਜ ਦਾ ਉਪਦੇਸ਼ ਸੁਣੀਏ, ਮੰਨਣ ਕਰੀਏ, ਫਿਰ ਉਹਦੀ ਕਮਾਈ ਕਰੀਏ। ਤੇ ਫਿਰ ਕਬੀਰ ਜੀ ਕਿਹਾ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਲੇਜੇ ਛੇਕ। ਪੂਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਸ਼ਬਦ ਦਾ ਬਾਣ ਅਜਿਹਾ ਬਾਹਿਆ ਕਿ ਪਾਂਧਾ ਜੀ ਦੇ ਨਰਮ ਥਾਂ ਤੇ ਆ ਕੇ ਲੱਗਿਆ ਤੇ ਬਰਾਗ ਰੂਪੀ ਛੇਕ ਪੈ ਗਿਆ। ਸੱਚੇ ਪਾਤਸ਼ਾਹ ਜੀ ਨੂੰ ਇਉਂ ਕਹਿੰਦੇ ਮਹਾਰਾਜ, ਇਉਂ ਕਾਇਰ ਜਿਹੜੇ ਡਰ ਜਾਂਦੇ ਐ, ਉਹ ਆਪਣੇ ਸਰੀਰ ਰੂਪੀ ਰਣ ਭੂਮੀ ਚੋਂ ਪਿੱਛੇ ਹਟ ਜਾਂਦੇ ਐ, ਲੋਕ ਪਰਲੋਕ ਗਵਾ ਜਾਂਦੇ ਐ, ਜਦੋਂ ਮਹਾਰਾਜ ਉਹ ਉਪਦੇਸ਼ ਨੂੰ ਨਹੀਂ ਸੁਣਦੇ, ਨਹੀਂ ਕਮਾਉਂਦੇ, ਨਹੀਂ ਮੰਨਦੇ। ਦੋਹਰਾ ਅਕਸਮਾਤ ਕਰਨਾ ਕਰੀ ਅਚਨਚੇਤੀ ਗੁਰੂ ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ ਫਿਰ ਪਾਂਧਾ ਜੀ ਦੇ ਉੱਪਰ। ਦੇਖ ਦੀਨ ਗਤ ਦਾਨ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਗਰੀਬੀ ਭਾਵ ਵੇਖ ਕੇ, ਨਿਮਰਤਾ ਵੇਖ ਕੇ ਸਤਿਗੁਰਾਂ ਨੇ ਮੁਕਤੀ ਦਾ ਦਾਨ ਫਿਰ ਪਾਂਧਾ ਜੀ ਨੂੰ ਦਿੱਤਾ ਏ। ਲਿਵ ਲਾਗੀ ਮਨ ਭਜਨ ਕੀ ਮਨ ਦੇ ਅੰਦਰ ਵਾਹਿਗੁਰੂ ਦੇ ਭਜਨ ਦੀ ਲਿਵ ਲੱਗ ਗਈ ਪਾਂਧਾ ਜੀ ਦੇ। ਸੁਨੇ ਬੈਨ ਜਬ ਕਾਨ ਜਦੋਂ ਸਤਿਗੁਰਾਂ ਜੀ ਦੇ ਬਚਨ ਸੁਣੇ ਕੰਨਾਂ ਵਿੱਚ, ਚਾਉ ਪਈ ਤਬ ਕਪੂਲ ਕਲ ਬੋਲ ਅਮੁੱਲ ਹੈ। ਤੇ ਕਹਿੰਦੇ ਆ ਪਾਂਧਾ ਜੀ ਹੈ ਸੱਚੇ ਪਾਤਸ਼ਾਹ ਆਪ ਜੀ ਦਾ ਮੁਖੜਾ, ਆਪ ਜੀ ਦੇ ਮਹਾਰਾਜ ਇਹ ਗੱਲਾਂ ਸੱਚੇ ਪਾਤਸ਼ਾਹ ਜੀ ਬੜੇ ਅਮੋਲਕ ਹੀ ਬੋਲ ਹਨ ਆਪ ਜੀ ਦੇ। ਜੋ ਤਾਲੀ ਗੁਣ ਕੁਲਫਾ ਹੈ ਖੁੱਲ ਹੈ। ਜਿਵੇਂ ਮਹਾਰਾਜ ਚਾਬੀ ਤਾਲਾ ਖੋਲ ਦਿੰਦੀ ਹੈ ਨਾ, ਇਵੇਂ ਆਪ ਜੀ ਦੀ ਬਾਣੀ ਚਾਬੀ ਦੀ ਨਹੀਂ ਆਈ ਆ ਜੋ ਗੁਣਾ ਰੂਪੀ ਤਾਲੇ ਨੂੰ ਖੋਲ ਦਿੰਦੀ ਹੈ। ਵਾਕ ਅਨੁਚਿਤ ਮੈਂ ਜੋ ਬਖਾਨੇ। ਹੁਣ ਪਾਂਧਾ ਜੀ ਨੂੰ ਸੋਝੀ ਹੋ ਗਈ ਨਾ, ਕਹਿੰਦੇ ਮਹਾਰਾਜ ਜਿਹੜੇ ਅਨਉਚਿਤ ਵਾਕ ਮੈਂ ਕਹੇ ਆ, ਕਿਉਂਕਿ ਮਹਾਰਾਜ ਜੀ ਨੂੰ ਕਿਹਾ ਸੀ ਨਾ ਕਿ ਬਾਲਕਾਂ ਦੇ ਨਾਲ ਪੜ੍ਹਨਾ ਪਵੇਗਾ, ਨਹੀਂ ਤਾਂ ਖਾਹੇ ਸ਼ੂਸ਼ਕਾਨ ਕੋ ਸੋਟੀਆਂ ਖਾਣੀਆਂ ਪੈਣਗੀਆਂ, ਮਾਰ ਖਾਓਗੇ ਮੇਰੇ ਕੋਲੋਂ। ਇਉਂ ਪਾਂਧਾ ਜੀ ਨੇ ਕਹਿ ਦਿੱਤਾ ਸੀ ਨਾ, ਪਰ ਉਦੋਂ ਮਹਾਰਾਜ ਦੀ ਮਹਿਮਾ ਨਹੀਂ ਸੀ ਨਾ ਜਾਣਦੇ। ਸਤਿਗੁਰੂ ਜੀ ਦੀ ਮਹਿਮਾ ਨੂੰ ਜਦੋਂ ਜਾਣ ਗਏ, ਜਦੋਂ ਹਜੂਰ ਨੇ ਗਿਆਨ ਦੀ ਰੌਸ਼ਨੀ ਦਿੱਤੀ ਤੇ ਪਾਂਧਾ ਜੀ ਦੇ ਨੇਤਰ ਭਰ ਗਏ ਬਰਾਗ ਨਾਲ। ਹੱਥ ਜੋੜ ਕੇ ਆਖਿਆ, ਮਹਾਰਾਜ ਜਿਹੜੇ ਮੈਂ ਅਨੁਚਿਤ ਵਾਕ ਕਹੇ ਐ, ਅਯੋਗ ਬੋਲ ਕਹੇ ਆ, ਮਹਾਰਾਜ ਮੈਨੂੰ ਮਾਫ ਕਰ ਦਿਓ। ਛਿਮਾ ਕਰੋ ਅਬ ਸ਼੍ਰੀ ਪ੍ਰਭ ਜਾਣੇ। ਮਹਾਰਾਜ ਮੈਂ ਹੁਣ ਜਾਣ ਲਿਆ ਕਿ ਆਪ ਸ਼੍ਰੀ ਪ੍ਰਭੂ ਸਰੂਪ ਹੋ, ਆਪ ਨਿਰੰਕਾਰ ਹੋ। ਮਹਾਰਾਜ ਮੈਨੂੰ ਛਿਮਾ ਕਰ ਦਿਓ, ਮਾਫ ਕਰ ਦਿਓ। ਅਸ ਕਹਿ ਵਾਰ ਵਾਰ ਪਦ ਬੰਦਨ। ਇਸ ਤਰ੍ਹਾਂ ਕਹਿ ਕੇ ਬਾਰ-ਬਾਰ ਮਹਾਰਾਜ ਦੇ ਚਰਨਾਂ ਤੇ ਬੰਦਨਾ ਕਰਦੇ ਆ, ਨਮਸਕਾਰਾਂ ਕਰਦੇ ਹਨ ਪਾਂਧਾ ਜੀ। ਤੁਝ ਦਰਸ਼ਨ ਤ੍ਰੈ ਤਾਪ ਨਿਕੰਦਨ। ਇਹ ਸੱਚੇ ਪਾਤਸ਼ਾਹ ਆਪ ਜੀ ਦੇ ਦਰਸ਼ਨ ਹੀ ਆਦੀ ਵਿਆਦੀ ਉਪਾਦੀ ਤਿੰਨਾਂ ਤਾਪਾਂ ਨੂੰ ਕੱਟਣ ਵਾਲੇ ਹਨ। ਨਾਮ ਧਰਾਇਓ ਕਾਲੂ ਨੰਦਨ। ਹੇ ਨਿਰੰਕਾਰ ਆਪ ਨੇ ਆਪਣਾ ਨਾਮ ਧਰਾਇਆ ਹੈ ਨਾਨਕ
ਤੇ ਬਾਬਾ ਕਾਲੂ ਜੀ ਦੇ ਸੁਪੁੱਤਰ ਰੂਪ ਵਿੱਚ ਆਏ ਹੋ। ਨਰ ਤਾਰਨ ਕਲ ਕੇ ਮਤ ਮੰਦਨ, ਕਲਯੁਗ ਦੇ ਮੰਦੀ ਮਤ ਵਾਲੇ ਜਿਹੜੇ ਵਿਸ਼ਿਆਂ ਵਿਕਾਰਾਂ 'ਚ ਲੋਕ ਫਸ ਗਏ ਮੇਰੇ ਵਰਗੇ, ਉਹਨਾਂ ਨੂੰ ਤਾਰਨ ਲਈ ਹੈ ਨਿਰੰਕਾਰ ਹੈ ਭਗਵਾਨ ਆਪ ਨੇ ਅਵਤਾਰ ਬਣਾਇਆ ਏ। ਬਹੁਰੋ ਭਇਓ ਤੂਸ਼ਨੀ ਪਾਦਾ, ਇਉਂ ਮਹਾਰਾਜ ਦੀ ਉਸਤਤ ਕਹਿ ਕੇ ਨਾ ਗਿਆਨ ਪਾ ਕੇ ਬਹੁਰੋ ਪਾਂਦਾ ਜੀ ਤੂਸ਼ਣ ਹੋ ਗਏ, ਭਾਵ ਚੁੱਪ ਕਰ ਗਏ, ਆਨੰਦ ਵਿੱਚ ਮਗਨ ਹੋ ਗਏ। ਔਰ ਲਖ ਕਰ ਸੁਖ ਅਕਥ ਅਗਾਧਾ, ਹਿਰਦੇ ਦੇ ਅੰਦਰ ਉਹ ਸੁਖ ਲਖ ਲਿਆ ਜਿਹੜਾ ਕਥਨ ਨਹੀਂ ਕੀਤਾ ਜਾ ਸਕਦਾ, ਅਕਥ ਸੁਖ ਹੈ। ਇਹ ਉਹ ਸੁਖ ਵੇਖ ਲਿਆ ਜਿਹੜਾ ਅਗਾਧਾ ਡੂੰਘਾ, ਜਿਹੜਾ ਮਿਣਿਆ ਹੀ ਨਹੀਂ ਜਾ ਸਕਦਾ। ਇਉਂ ਆਪਣੇ ਆਪੇ ਦਾ ਆਨੰਦ ਪਾ ਲਿਆ ਪਾਂਦਾ ਜੀ ਨੇ। ਬਾ ਆਨੰਦ ਮੂਕੂ ਮਠਿਆਈ, ਤੇ ਇੰਨਾ ਆਨੰਦ ਆਇਆ ਹੈ ਜਿਵੇਂ ਗੂੰਗੇ ਨੇ ਮਠਿਆਈ ਖਾ ਲਈ ਹੋਵੇ ਤੇ ਕੀ ਦੱਸੇ ਕੀ ਮਿੱਠਾ ਵੈ ਕਿ ਕਿਹੋ ਜਿਹਾ ਸਵਾਦ ਹੈ। ਇਉਂ ਕਹਿ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ। ਜਿਵੇਂ ਗੂੰਗੇ ਨੇ ਗੁੜ ਖਾ ਲਿਆ, ਉਹਨੂੰ ਪੁੱਛਣ ਤੇ ਪੁੱਛੀਏ ਤੇ ਕੀ ਹੈ ਦੱਸ ਨਹੀਂ ਸਕਦਾ ਨਾ। ਇਵੇਂ ਪਾਂਦਾ ਜੀ ਨੂੰ ਇਹੋ ਜਿਹਾ ਵਿਸਮਾਦ ਆਨੰਦ ਰਸ ਆਇਆ ਕਿ ਬੋਲ ਕੇ ਦੱਸਿਆ ਨਹੀਂ ਜਾਂਦਾ। ਤਤ ਬੇਤਨ ਕੀ ਪਦਵੀ ਪਾਈ, ਤਤ ਵੇਤਿਆਂ ਵਾਲੀ ਬ੍ਰਹਮ ਗਿਆਨੀਆਂ ਵਾਲੀ ਪਦਵੀ ਜਿਹੜੀ ਹੈ ਨਾ, ਉਹ ਹਜੂਰ ਦੇ ਜਿਹੜੇ ਸੀ ਪਾਂਦਾ ਜੀ ਟੀਚਰ ਬਣੇ, ਪਰ ਹਜੂਰ ਨੇ ਉਹਨਾਂ ਨੂੰ ਆਪ ਅਧਿਆਪਕ ਬਣ ਕੇ ਗੁਰੂ ਰੂਪ ਹੋ ਕਰਕੇ ਸਿੱਖਿਆ ਦਿੱਤੀ ਤੇ ਬ੍ਰਹਮ ਗਿਆਨ ਬਖਸ਼ ਕੇ ਨਿਹਾਲ ਕਰ ਦਿੱਤਾ ਪਾਂਦਾ ਜੀ ਨੂੰ। ਉਹਨਾਂ ਦਾ ਜਿਹੜਾ ਸੁਰਤਾ ਹੈ, ਧਿਆਨ ਹੈ ਜਿਹੜਾ ਪਾਂਦਾ ਜੀ ਦਾ ਨਾਮ ਵਿੱਚ ਲੱਗ ਗਿਆ। ਸੱਚੇ ਪਾਤਸ਼ਾਹ ਜੀ ਦੀ ਵੱਡੀ ਮਹਿਮਾ ਨੂੰ ਉਹਨਾਂ ਨੇ ਜਾਣਿਆ ਕਿ ਆਪ ਨਿਰੰਕਾਰ ਨੇ ਆਪਣਾ ਰੂਪ ਧਾਰਨ ਕੀਤਾ ਹੈ। ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਪਾਂਦਾ ਜੀ ਦੀ ਕਲਿਆਣ ਕੀਤੀ ਹੈ। ਗਰੀਬ ਨਵਾਜ ਜੀ ਨੇ ਇੱਥੇ ਇਹ ਜਿਹੜਾ ਹੈ 6ਵਾਂ ਅਧਿਆਸ ਸਮਾਪਤ ਹੋਇਆ ਹੈ। ਜਿਵੇਂ ਅੱਗੇ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਵੇਗਾ ਸਰਵਣ ਕਰਾਂਗੇ। ਹੋਈਆਂ ਭੁੱਲਾਂ ਬਖਸ਼ ਲੈਣੀਆਂ ਜੀ। ਭਾ ਆਨੰਦ ਮੂਕੋ ਮਠਿਆਈ, ਤਤ ਬੇਤਨ ਕੀ ਪਦਵੀ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੈ ਪਾਰ ਬ੍ਰਹਮ, ਅਬਿਨਾਸੀ ਅਗਨਾਸ, हे पूरन हे सर्ब में दुख भंजन गुण तास। हे संगी हे निरंकार, हे निर्गुण सब टेक। हे गोबिंद हे गुण निधान, जाकै सदा बबेक। हे अपरंपर हर हरे, है पी होन हार। हे संतह कै सदा संग, निधारा आधार। हे ठाकुर हूँ दासरो, मैं निर्गुण गुण नहीं कोय। नानक दीजै नाम दान, राखो हियै परोए। आए प्रभ शरणागति, कृपा निध दयाल। एक अखर हर मन वस्त, नानक होत निहाल। वाहिगुरु नाम जहाज है, चढ़े सो उतरे पार। जो शरधा कर सेवंदे, गुर पार उतारन हार। कथा निता प्रत होत है, सुनहो सो सिंह सो जान। नानक गुरु गोबिंद सिंह जी, सदा करे कल्याण। नानक गुरु गोबिंद सिंह जी, सदा करे कल्याण। वाहिगुरु जी का खालसा, वाहिगुरु जी की फतेह।